आपे साजे करे आप, जय पी रखे आप। विच जंत पाए के देखे थाप थाप, नु कहिए नानका विच आपे आपोड़े बड़े क्या वड्याइयां, किछ कहना कहन न जाए तो करता कादर करी। जय जिया विच किस पाए थाए कर कमावनी, गुर छोटी जिसने पाए नानक की बारी, हो जी नाही जाए सो करे। सिर जाए रजाए सत, वाहिगुरु जी का खालसा वाहिगुरु जी की फतेह फतेह, वाहिगुरु जी का खालसा वाहिगुरु जी की फतेह, वाहिगुरु जी की फतेह, वाहिगुरु जी की फतेह। ਪੌੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਸਾਈ ਕਾਰ ਕਮਾਵਣੀ ਤੁਰ ਛੋਡੀ ਤਿਲੈ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਈ ਜਾਏ। ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸੈ ਰਜਾਏ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰਿਐ, ਕਰਨਾਉਨ ਦੇ ਆਵੇ ਤਾਏ ਸਭ ਥਾਏ ਹੋਏ ਸਹਾਏ। ਏਕ ਬਹਾਦਰ ਸਿਮਰਿਐ, ਏਕ ਬਹਾਦਰ ਸਿਮਰਿਐ, ਕਰਨਾਉਨ ਦੇ ਆਵੇ ਤਾਏ ਸਭ ਥਾਏ ਹੋਏ ਸਹਾਏ। ਏਕ ਬਹਾਦਰ ਸਿਮਰਿਐ, ਏਕ ਬਹਾਦਰ ਸਿਮਰੇ। ਵਾਹਿਗੁਰੂ ਜੀ। ਰਾਮ ਕਲੇ ਮਹਲਾ ਤੀਜਾ, ਆਨੰਦ ਏਕੋ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਪਾਇਆ ਸਹਿ ਮਨ ਮਚੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆਂ। ਦੋਤ ਗਾਵੋ ਹਰਿ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆਤਮ ਸਦਾ ਰੋ ਹਰਿ ਨਾਲੇ, ਨਾਵੇ ਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ। ਇਹ ਕਰੋ ਕਰੇ ਤੇਰਾ ਕਾਰਜ ਸਭ ਸੁਆਰੀ। ਸਭਨਾਂਗ ਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਹੈ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਆਤਾ ਤੇਰੇ ਸਭ ਕੁਛ ਹੈ ਜਿਤੇ ਸੋ ਪਾਵੇ। ਸਦਾ ਸਿੱਧ ਸਲਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਦੀਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਮੇਰਾ ਆਧਾਰ। ਮੇਰਾ ਜਿਨ ਭੁੱਖਾ ਸਭ ਗਵਾਈਆਂ, ਸਾਧ ਤੁਮ ਮਨੇ ਤੇ ਅਜ ਨੇ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਬਦ ਨਰ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸਬਦ ਘਰ ਸੁਭਾਗੇ, ਘਰ ਸੁਭਾਗੇ ਸਗਲ ਵਾਜੇ ਕਲਾ ਚਿਤ ਕਰ ਧਾਰੀਆ। ਪੰਚ ਦੋਦ ਤਦ ਵਾਸ ਕੀਤੇ ਕੰਡ ਕਮਾਰਿਆ। ਤੁਰ ਕਰਮ ਪਾਇਆ ਤੁਝ ਤੁਝ ਜਿਨ ਕੋ ਤੇ ਨਾ ਮਾਰ ਕੇ ਲਾਗੇ। ਕਹਿ ਨਾਨਕ ਤੈਸ ਕੋ ਹੋਆ ਤਿਤ ਕਰੇ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੇ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪੇ ਤੇਰੇ ਤੂੜੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਨ ਤੇ ਪੁਨੀਤ ਕਹਿਤੀ ਅਵਿਤ ਸਤਿਗੁਰ ਰਹਿਆ ਭਰਪੂਰੇ। ਵਿਦਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਵਿੱਚ ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਦਿਵਸ ਰਾਤ ਤੋਇ ਦਾਈ ਦਾ ਖੇਲੇ ਸਗਲੇ ਜਗਤ। ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਹੁਕਮ ਜਿਲੇ ਕੀਤੀ ਛੁੱਟੀ ਨਾਲ।
ਜਿਨੀ ਨਾਮ ਤੇ ਆਇਆ ਗਈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੀ ਨਾਦ ਨਾਨਕ ਤੇ ਮੁਖ ਉਜਲੇ ਕੀਤੇ ਛੁਟੀ ਨਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਿਨ ਜੇਹ ਰੂਪ ਰੰਗ ਹਰ ਰੇਖ ਭੇਖ ਕਉ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ ਜਬ ਲਉ ਨਹੀਂ ਭਾਗ ਲਿਲਾਰੇ ਉਦੈ। ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਢਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਹਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ।
ਸਦਾ ਸੁਖ ਮਨ ਵਸੈ। ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਉ ਜਨਮ ਹਮ ਕਾੜਖ ਧੋਵੈ। ਸੋ ਕਹੋ ਢਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਹੋਵੈ ਸਿਫਤ ਖਸਮੰਦੀ ਨੂਰ ਅਰਸੋਹ ਕੁਰਸੋਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਸੋਮਾ ਸਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ। ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੁਲ ਤਾਰੇ। ਸੋਮਾ ਸਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ। ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੁਲ ਤਾਰੇ। ਸੋ ਅਵਧੂਤ ਐਸੀ ਮਤ ਪਾਵੈ ਅਹਨਸ ਸੁਨ ਸਮਾਦ ਸਮਾਵੈ ਰਹਾਉ। ਵਿਖਿਆ ਭਾਈ ਭਗਤ ਪੈ ਚੱਲੈ ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲੈ। ਧਿਆਨ ਰੂਪ ਹੋਏ ਆਸਣ ਪਾਵੈ ਸਚ ਨਾਮ ਤਾੜੀ ਚਿਤ ਲਾਵੈ। ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਾ ਛੰਦਰਾ ਔਦੂ ਨੀਸਾਣੀ। ਆਸਾ ਮਾਹੀ ਨਿਰਾਸ ਵਿਲਾਏ ਨਿਹਚੋ ਨਾਨਕ ਕਰਤੇ ਪਾਏ। ਪਰਣਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਧ ਮਲਾਏ। ਦਿਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ। ਪਰਣਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਧ ਮਲਾਏ।
ਦੀਖਿਆ ਦਾਰੂ ਭੋਜਨ ਖਾਏ, ਛਿਏ ਦਰਸ਼ਨ ਕੀ ਸੋਜੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। जुग हो जुग अटल, चवर छतर तख्त के मालिक। साहिब कमाल सतगुरु, धन धन श्री गुरु ग्रंथ साहिब जी महाराज सतगुरां दी पावन पवित्र हजूरी अंदर नौवें पातशाह धन गुरु तेग बहादुर साहिब सच्चे पातशाह जी दे पावन पवित्र स्थानां ते हाजरी भर रही गुरु स्वरूप गुरु खालसा साध संगत जीओ, ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰਾਂ ਵਿੱਚ ਜੁੜ ਕਰਕੇ ਹਰੀ ਜਸ ਸਰਵਣ ਕਰਕੇ ਆਪ ਜੀ ਨੇ ਜੀਵਨ ਦੇ ਅਮੋਲਕ ਸਮੇਂ ਨੂੰ ਸਫਲ ਬਣਾਇਆ ਹੈ। ਸਰਬੱਤ ਆਸਾਂ ਨੂੰ ਪੂਰਨ ਕਰਨ ਵਾਲੀ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਆਓ ਮਨ ਬਿਰਤੀਆਂ ਸਾਹਿਬ ਜੀ ਦੇ ਪਾਵਨ ਚਰਨਾਂ ਪਾਸ ਜੋੜ ਕੇ ਗੁਰਦੇਵ ਦਾ ਪਾਵਨ ਉਪਦੇਸ਼ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਸਰਬੱਤ ਗੁਰਸਿੱਖ ਸੰਗਤਾਂ ਪ੍ਰੇਮ ਸਹਿਤ ਜਪੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਸੁਣ ਮਾ ਸਿੰਦਰਾ ਨਾਨਕ ਬੋਲੇ। ਜਗਤ ਗੁਰਦੇਵ ਜਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਮੁਬਾਰਕ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਰਾਗ ਰਾਮ ਕਲੀ ਅੰਦਰ ਸੁਸ਼ੋਭਿਤ ਹੈ। ਗੋਰਖਨਾਥ ਦਾ ਗੁਰੂ, ਭਾਵੇਂ ਜੋ ਬਾਅਦ ਵਿੱਚ ਗੋਰਖਨਾਥ ਦਾ ਚੇਲਾ ਖਵਾਇਆ, ਮਛਿੰਦਰਨਾਥ, ਗੋਰਖਨਾਥ ਨੇ ਮਛਿੰਦਰਨਾਥ ਨੂੰ ਲਿਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਪਾਇਆ। ਗੁਰਦੇਵ ਇਹਨਾਂ ਨੂੰ ਵੀ ਉਪਦੇਸ਼ ਦੀ ਦਾਤ ਬਖਸ਼ੋ, ਕਿਉਂਕਿ ਜਿਹੜਾ ਮਛਿੰਦਰਨਾਥ ਹੈ ਇਹ ਜੋਗੀਆਂ ਦਾ ਗੁਰੂ ਮੰਨਿਆ ਗਿਆ ਸ਼ਿਵ ਤੋਂ ਬਾਅਦ, ਉਹਨਾਂ ਦੀ ਅੰਸ਼ ਤੋਂ ਪੈਦਾ ਹੋਇਆ ਦੱਸੀਦਾ ਹੈ। ਯੋਗ ਦੇ ਬਲ ਦੇ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਪਰ ਮਨ ਨੂੰ ਕੋਈ ਟਿਕਾ ਨਾ ਮਿਲਿਆ। ਅੰਦਰ ਦੀ ਵਾਸ਼ਨਾ ਪ੍ਰਬਲ ਹੁੰਦੀ ਗਈ। ਸੰਗਲਾ ਦੀਪ ਦਾ ਰਾਜਾ ਰਾਜਾ ਅਮਰੂ ਜਦੋਂ ਮ੍ਰਿਤੂ ਹੋਇਆ, ਮਛਿੰਦਰਨਾਥ ਨੇ ਆਪਣੀ ਵਾਸ਼ਨਾ ਪੂਰਨ ਕਰਨ ਵਾਸਤੇ ਆਪਣੇ ਸਿੱਧੀ ਦੇ ਬਲ ਦੇ ਨਾਲ ਸਰੀਰ ਆਪਣਾ ਬਰਫ਼ ਵਿੱਚ ਛੱਡ ਕੇ
ਉਹਦੇ ਸਰੀਰ ਵਿੱਚ ਇਹ ਸੂਖਮ ਦੇਹ ਲੈ ਕੇ ਪ੍ਰਵੇਸ਼ ਹੋ ਗਿਆ। ਬੜਾ ਲੰਮਾ ਸਮਾਂ ਉੱਥੇ ਪਦਾਰਥ ਭੋਗਦਾ ਰਿਹਾ। ਨੇਮਨਾਥ ਦਾ ਚੇਲਾ ਹੋਇਆ ਬਾਲ ਗੁੰਦਾਈ। ਬਾਲ ਗੁੰਦਾਈ ਨੇ ਮਿਹਣਾ ਮਾਰਿਆ ਗੋਰਖਨਾਥ ਨੂੰ, ਗੋਰਖ ਜਤੀ ਸਦਾਏ ਦਾ ਤਿਸ ਗੁਰੂ ਘਰ ਬਾਰੀ। ਗੋਰਖਨਾਥ ਤੂੰ ਜਤੀ ਅਖਵਾਉਂਦਾ ਹੈ, ਪਰ ਤੇਰਾ ਗੁਰੂ ਤਾਂ ਘਰ ਬਾਰੀ ਹੈ, ਪਾਪ ਗ੍ਰਸਤੀ ਹੋ ਗਿਆ ਤੇ ਤੂੰ ਜਤੀ ਹੈ। ਇਹ ਮਿਹਣਾ ਜਿਹੜਾ ਉਹਦੇ ਕੋਲੋਂ ਫਿਰ ਸਹਿਆ ਨਹੀਂ ਗਿਆ। ਰਾਜੇ ਅਮਰੂ ਦੇ ਸਰੀਰ ਵਿੱਚ ਪ੍ਰਵੇਸ਼ ਹੋ ਕਰਕੇ ਮਛੰਦਰਨਾਥ ਨੇ ਆਗਿਆ ਕੀਤੀ ਵੀ ਕੋਈ ਵੀ ਕੰਨ ਪਾਟਾ ਜੋਗੀ ਮੇਰੀ ਹੱਦਬੰਦੀ ਵਿੱਚ ਨਾ ਆਵੇ। ਸਾਰੇ ਹੀ ਰੋਕ ਦਿੱਤੇ। ਹੁਣ ਗੋਰਖਨਾਥ ਉੱਥੇ ਜਾ ਨਹੀਂ ਸੀ ਸਕਦਾ। ਜਿਹੜੇ ਗਾਉਣ ਵਜਾਉਣ ਵਾਲੇ ਸਨ ਨਾ, ਫਿਰ ਉਹਨਾਂ ਦੇ ਟੋਲੇ ਵਿੱਚ ਸ਼ਾਮਲ ਹੋਇਆ ਗੋਰਖਨਾਥ। ਤਬਲਾ ਸਿੱਖ ਪਹੁੰਚੇ, ਤਬਲਾ ਵਜਾਉਂਦਾ ਸੀ ਤੇ ਤਬਲੇ ਦੇ ਉੱਤੇ ਥਾਪ ਮਾਰ ਕੇ ਕਹਿੰਦਾ, ਜਾਗ ਮਛੰਦਰਾ ਗੋਰਖ ਆਇਓ। ਮਛੰਦਰਨਾਥ ਜਾਗ, ਗੋਰਖ ਆਇਆ। ਜਦੋਂ ਮਛੰਦਰ ਨੇ ਵੇਖਿਆ ਵੀ ਮੇਰਾ ਚੇਲਾ ਤਾਂ ਜਤੀ ਹੈ ਤੇ ਮੈਂ ਵਾਸ਼ਨਾਵਾਂ ਦੇ ਵਿੱਚ ਫਸ ਕੇ ਕੀ ਕਰਦਾ ਪਿਆ, ਸ਼ਰਮ ਆ ਗਈ ਵੀ ਚੇਲਾ ਤਾਂ ਮੇਰੇ ਨਾਲੋਂ ਵੀ ਅੱਗੇ ਪੁੱਜ ਗਿਆ। ਫਿਰ ਇਹਨੇ ਰਾਜੇ ਅਮਰੂ ਦਾ ਸਰੀਰ ਛੱਡਿਆ। ਉਸ ਸਰੀਰ ਨੂੰ ਛੱਡ ਕੇ ਫਿਰ ਆਪਣੇ ਨਿੱਜੀ ਸਰੀਰ ਦੇ ਵਿੱਚ ਆਇਆ। ਇਸ ਵਾਸਤੇ ਇਹ ਯੋਗੀਆਂ ਵਿੱਚੋਂ, ਇਹਨਾਂ ਨੂੰ ਸਿੱਧ ਤਾਂ ਕਿਹਾ ਜਾਂਦਾ ਸੀ, ਯੋਗ ਦੇ ਬਲ ਦੇ ਨਾਲ ਜਿਹਨੇ ਸਿੱਧੀਆਂ ਪ੍ਰਾਪਤ ਕੀਤੀਆਂ ਉਹ ਸਿੱਧ ਹੈ। ਫਿਰ ਸਾਰੀ ਮੰਡਲੀ ਦਾ ਜਿਹੜਾ ਗੁਰੂ ਉਹ ਗੋਰਖਨਾਥ ਬਣਿਆ, ਪਰ ਪਹਿਲਾਂ ਇਹਨਾਂ ਦਾ ਗੁਰੂ ਮਛੰਦਰਨਾਥ ਹੀ ਸੀ। ਰਾਜੇ ਅਮਰੂ ਦੇ ਸਰੀਰ ਵਿੱਚੋਂ ਨਿਕਲਣ ਤੋਂ ਬਾਅਦ ਫਿਰ ਗੋਰਖਨਾਥ ਇਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਲੈ ਕੇ ਆਇਆ। ਅਰਦਾਸ ਕੀਤੀ, ਗੁਰਦੇਵ ਕਿਰਪਾ ਕਰੋ, ਇਹਨਾਂ ਨੂੰ ਵੀ ਉਪਦੇਸ਼ ਬਖਸ਼ੋ। ਸਤਿਗੁਰੂ ਦਇਆ ਦੇ ਘਰ ਦੇ ਵਿੱਚ ਆ ਕੇ ਫਰਮਾਨ ਕਰਦੇ, ਸੁਣ ਮਾਸ਼ੰਦਰਾ ਨਾਨਕ ਬੋਲੇ। ਹੇ ਮਛੰਦਰਨਾਥ ਸੁਣ, ਤੈਨੂੰ ਉਪਦੇਸ਼ ਦੀ ਦਾਤ ਅਸੀਂ ਬਖਸ਼ਿਸ਼ ਕਰਦੇ ਹਾਂ। ਅੰਤਰੀਵ ਭਾਵ ਦੇ ਵਿੱਚ ਗੁਰਦੇਵ ਕਹਿੰਦੇ, ਜਿਹੜਾ ਆਪਣੀ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਦਾ ਹੈ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦਾ ਹੈ, ਕੇਵਲ ਉਹੀ ਮਨੁੱਖ ਹੈ ਜਿਹੜਾ ਆਪਣੀਆਂ ਵਾਸ਼ਨਾਵਾਂ ਤੇ ਕਾਬੂ ਕਰ ਸਕਦਾ ਹੈ। ਭਾਵੇਂ ਕੋਈ ਮਨੁੱਖ ਲੱਖ ਯਤਨ ਕਰੇ, ਅਨੇਕਾਂ ਪ੍ਰਕਾਰਾਂ ਦੇ ਸਾਧਨ ਕਰਮ ਆਦਿਕ ਕਰੇ, ਉਹਦੇ ਨਾਲ ਮਨ ਦੀ ਵਾਸ਼ਨਾ ਨਹੀਂ ਮਾਰੀ ਜਾ ਸਕਦੀ। ਜਦੋਂ ਭਗਤ ਸੂਰਦਾਸ ਜੀ ਨੇ ਨੇਤਰਾਂ ਵਿੱਚ ਸਲਾਈਆਂ ਮਾਰੀਆਂ ਕਿ ਇਹਨਾਂ ਨੇਤਰਾਂ ਨੇ ਮਾੜਾ ਵੇਖਿਆ, ਜਗਤ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਜੀ ਦੀ ਪੰਜਵੀਂ ਜੋਤ ਗੁਰੂ ਪੰਚਮ ਪਾਤਸ਼ਾਹ ਜਦੋਂ ਬਾਣੀ ਦਰਜ ਕਰਨ ਲੱਗੇ, ਉਥੇ ਗੁਰਦੇਵ ਕਹਿੰਦੇ ਵੀ ਨੇਤਰਾਂ ਦਾ ਕਸੂਰ ਕੋਈ ਨਹੀਂ, ਸਾਰਾ ਰੌਲਾ ਤਾਂ ਵਾਸ਼ਨਾਵਾਂ ਦਾ ਹੀ ਹੈ ਨਾ। ਅੱਖ ਨੇ ਤਾਂ ਉਹ ਵੇਖਿਆ ਜੋ ਮਨ ਨੇ ਵਿਖਾਇਆ, ਤੇ ਜੋ ਮਨ ਵੇਖਣਾ ਚਾਹੁੰਦਾ, ਮਨ ਜੋ ਵੇਖਣਾ ਚਾਹੁੰਦਾ ਅੱਖ ਤਾਂ ਉਹੀ ਵੇਖੇਗੀ ਨਾ। ਅਗਰ ਮਨ ਕਿਸੇ ਚੀਜ਼ ਨੂੰ ਵੇਖਣਾ ਨਹੀਂ ਚਾਹੁੰਦਾ ਤੇ ਅੱਖ ਕਿਵੇਂ ਵੇਖ ਲਵੇਗੀ? ਮਨ ਦੀ ਜਿਹੜੀ ਬਿਰਤੀ, ਮਨ ਦੇ ਜਿਹੜੇ ਫੁਰਨੇ ਨੇ, ਉਹ ਸਾਡੀਆਂ ਇੰਦਰੀਆਂ ਰਾਹੀਂ ਬਾਹਰ ਨੂੰ ਜਾਂਦੇ ਨੇ। ਜੋ ਮਨ ਛਕਣਾ ਚਾਹੁੰਦਾ, ਜਿਸ ਰਸ ਨੂੰ ਜ਼ਬਾਨ ਲੈਣਾ ਚਾਹੁੰਦੀ ਹੈ,
ਉਹ ਸਾਰੀ ਭੁੱਖ ਜਿਹੜੀ, ਵਾਸ਼ਨਾ ਜਿਹੜੀ, ਉਹ ਮਨ ਦੀ ਹੈ, ਜ਼ਬਾਨ ਦੀ ਨਹੀਂ। ਜ਼ਬਾਨ ਤਾਂ ਹੀ ਰਸ ਲਏਗੀ ਜੇ ਮਨ ਚਾਹੇਗਾ। ਜਦੋਂ ਬੰਦਾ ਉਦਾਸ ਹੁੰਦਾ ਨਾ, ਉਦਾਸੀ ਵਿੱਚ ਤਾਂ ਭੋਜਨ ਵੀ ਚੰਗਾ ਨਹੀਂ ਲੱਗਦਾ। ਉਥੇ ਤਾਂ ਨਹੀਂ ਨਾ ਕਹਿ ਸਕਦੇ ਵੀ ਜ਼ਬਾਨ ਨੇ ਰਸ ਲੈਣਾ ਬੰਦ ਕਰ ਦਿੱਤਾ। ਮਨ ਉਦਾਸ ਹੈ, ਕਹਿੰਦਾ ਭੋਜਨ ਨਹੀਂ ਛਕਣਾ, ਮੇਰਾ ਜੀ ਨਹੀਂ ਕਰਦਾ ਭੋਜਨ ਛਕਣ ਨੂੰ। ਆ ਖੇਡ ਸਾਰੀ ਮਨ ਦੀ ਹੈ। ਮਨ ਨਹੀਂ ਚਾਹੁੰਦਾ। ਜਦੋਂ ਮਨ ਨਹੀਂ ਚਾਹੁੰਦਾ ਤੇ ਫਿਰ ਬੋਲਣ ਨੂੰ ਜੀ ਨਹੀਂ ਕਰਦਾ, ਵੇਖਣ ਨੂੰ ਜੀ ਨਹੀਂ ਕਰਦਾ। ਜੇ ਮਨ ਚਾਹ ਰਿਹਾ ਤੇ ਫਿਰ ਬੋਲਦਾ ਵੀ ਹੈ, ਵੇਖਦਾ ਵੀ ਹੈ, ਸੁਣਦਾ ਵੀ ਹੈ ਤੇ ਰਸ ਵੀ ਲੈਂਦਾ ਹੈ। ਇਹ ਸਾਰੀ ਜਿਹੜੀ ਵਾਸ਼ਨਾ ਹੈ ਉਹਦਾ ਕੇਂਦਰ ਸਥਾਨ ਮਨੁੱਖ ਦਾ ਮਨ ਹੈ। ਹੁਣ ਵਾਸ਼ਨਾ ਜਿਹੜੀ ਸੂਖਸ਼ਮ ਤੌਰ ਤੇ ਸੂਖਸ਼ਮ ਮਨ ਵਿੱਚ ਵਸ ਰਹੀ ਹੈ, ਉਸ ਵਾਸ਼ਨਾ ਨੂੰ ਮਿਟਾਉਣ ਦੇ ਲਈ ਕੋਈ ਸਥੂਲ ਸਾਧਨ ਦੀ ਵਰਤੋਂ ਕਰੇ ਤੇ ਫਿਰ ਤਾਂ ਇਹ ਵਾਸ਼ਨਾ ਦੂਰ ਹੋ ਨਹੀਂ ਨਾ ਸਕਦੀ। ਗੁਰਦੇਵ ਦਾ ਆਪਾਂ ਬਚਨ ਪੜ੍ਹਦੇ ਆ ਨਾ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਜਿੰਨੇ ਵੀ ਇਹ ਕਰਮ ਨੇ ਸਰੀਰਕ ਕਰਮ ਨੇ, ਮਾਨਸਿਕ ਕਰਮ ਤਾਂ ਹੈ ਨਹੀਂ, ਸਰੀਰ ਨਾਲ ਕੀਤੇ ਜਾ ਰਹੇ ਨੇ। ਤੋ ਨਾਮ ਜਪਣਾ ਜਿਹੜਾ ਕਰਮ ਹੈ, ਜੋ ਕੋਈ ਆਖੇ ਵੀ ਸਰੀਰਕ ਕਰਮ ਹੈ, ਸਤ ਜਾਣਿਓ ਕਿ ਹੈ ਮਾਨਸਿਕ ਕਰਮ ਹੀ। ਹਾਂ, ਜਪਿਆ ਰਸਨਾ ਨਾਲ ਜਾਂਦਾ ਹੈ, ਪਰ ਜੋ ਜਪਿਆ ਜਾ ਰਿਹਾ ਅਗਰ ਉਹਦੇ ਵਿੱਚ ਮਨ ਹੈ ਤਾਂ ਉਹ ਜਪਿਆ ਹੋਇਆ ਸਫਲ ਹੈ। ਤੇ ਜੋ ਜਪ ਰਹੇ ਆ ਉਹਦੇ ਵਿੱਚ ਅਗਰ ਮਨ ਨਹੀਂ, ਦਾਸ ਇਹ ਕਦੇ ਨਹੀਂ ਕਹਿੰਦਾ ਜੀ, ਕਿਉਂਕਿ ਸਾਡੀ ਕਹਿਣ ਦੀ ਸਮਰੱਥਾ ਨਹੀਂ ਵੀ ਜੇ ਤੁਸੀਂ ਵਾਹਿਗੁਰੂ ਕਹੋਗੇ ਤੇ ਮਨ ਨਹੀਂ ਤੇ ਤੁਹਾਡਾ ਬਿਰਥ ਜਾਵੇਗਾ। ਇਹ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਰੱਬ ਦੇ ਘਰ ਦੀ ਤਾਂ ਕਲਾ ਹੀ ਐਸੀ ਹੈ, ਇੱਕ ਤਿਲ ਨਹੀਂ ਭੰਨੈ ਘਾਲੇ। ਉਹ ਤਾਂ ਕਿਸੇ ਦੀ ਤਿਲ ਮਾਤਰ ਵੀ ਘਾਲਣਾ ਬਿਅਰਥ ਨਹੀਂ ਜਾਣ ਦਿੰਦਾ। ਤੇ ਜਿਹਨੇ ਭਾਵੇਂ ਅਣਜਾਣਪੁਣੇ ਵਿੱਚ ਹੀ ਵਾਹਿਗੁਰੂ ਕਹਿ ਦਿੱਤਾ ਤੇ ਉਹਦਾ ਵਾਹਿਗੁਰੂ ਕਿਹਾ ਕੈਸੇ ਬਿਅਰਥ ਜਾ ਸਕਦਾ ਹੈ। ਪਰ ਇੱਕ ਕਲਾ ਹੁੰਦੀ ਹੈ, ਜਿਹੜੀ ਨਾਮ ਦੀ ਕਲਾ ਹੈ, ਉਹ ਕਲਾ ਵਰਤਦੀ ਉਦੋਂ ਹੈ ਕਿ ਜਦੋਂ ਨਾਮ ਰਸਨਾ ਨਾਲ ਜਪਿਆ ਜਾਵੇ ਤੇ ਉਹਦੇ ਵਿੱਚ ਚਿੱਤ ਜੁੜ ਜਾਏ, ਉਹਦੇ ਵਿੱਚ ਮਨ ਜੁੜ ਜਾਏ, ਉਦੋਂ ਫਿਰ ਉਹਦੀ ਕਲਾ ਵਰਤਣੀ ਸ਼ੁਰੂ ਹੁੰਦੀ ਹੈ। ਫਿਰ ਜਿਹੜੇ ਪ੍ਰਤੱਖ ਆਨੰਦ ਨੇ, ਪ੍ਰਤੱਖ ਨਾਮ ਦੀ ਕਲਾ ਹੈ, ਉਹ ਖੇਡਾਂ ਸਾਰੀਆਂ ਅੰਦਰ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਪਿਆ ਰਸਨਾ ਨਾਲ ਜਾ ਰਿਹਾ, ਮਨ ਉਹਦੇ ਵਿੱਚ ਹੈ। ਗੁਰਦੇਵ ਜੀ ਸਾਨੂੰ ਸਮਝਾਉਂਦੇ ਨੇ ਕਿ ਗੁਰੂ ਦਾ ਸ਼ਬਦ ਹੈ, ਉਹਦੇ ਵਿੱਚ ਆਪਾਂ ਸੁਰਤ ਜੋੜਨੀ ਹੈ। ਸ਼ਬਦ ਵਿੱਚ ਸੁਰਤ ਜੋੜਾਂਗੇ, ਸ਼ਬਦ ਵਿੱਚ ਮਨ ਜੋੜਾਂਗੇ ਤੇ ਫਿਰ ਕਲਾ ਉਦੋਂ ਹੀ ਵਰਤੇਗੀ। ਹੁਣ ਵੇਖੋ, ਬਲਬ ਹੈ, ਪੱਖਾ ਹੈ, ਕੋਈ ਵੀ ਚੀਜ਼ ਹੈ ਜੀ, ਕੋਈ ਵੀ ਬਿਜਲੀ ਨਾਲ ਚੱਲਣ ਵਾਲੀ ਵਸਤੂ ਹੈ, ਉਹਦੇ ਵਿੱਚ ਅਰਥ ਜਾਂਦਾ, ਕਰੰਟ ਜਾਂਦਾ, ਤਾਂ ਹੀ ਉਹ ਚੱਲਦੇ ਨੇ, ਪ੍ਰਕਾਸ਼ ਦਿੰਦੇ ਨੇ। ਤੇ ਨਾਮ ਦੀ ਕਲਾ ਵੀ ਉਦੋਂ ਹੀ ਵਰਤਦੀ ਹੈ ਜਦੋਂ ਰਸਨਾ ਨਾਲ ਜਪਿਆ ਜਾਵੇ ਤੇ ਉਹਦੇ ਵਿੱਚ ਸਾਡੀ ਸੁਰਤ ਜੁੜ ਜਾਏ, ਫਿਰ ਉੱਥੇ ਉਹ ਪ੍ਰਕਾਸ਼ ਕਰਦਾ ਹੈ। ਗੁਰਦੇਵ ਜੀ ਕਹਿਣ ਲੱਗੇ, ਮਛੰਦਰ ਨਾਥ, ਜਿਹੜਾ ਮਨੁੱਖ ਪਰਮੇਸ਼ਰ ਦਾ ਨਾਮ ਜਪਦਾ ਉਹਦੇ ਨਾਮ ਦੀ ਆਰਾਧਨਾ ਕਰਦਾ ਹੈ, ਵਸਗਤ ਪੰਚ ਕਰੇ ਨਹਿ ਡੋਲੇ। ਉਹ ਜਿਹੜਾ ਮਨੁੱਖ ਆਪਣੀਆਂ ਪੰਜ ਇੰਦਰੀਆਂ ਨੂੰ ਕਾਬੂ ਵਿੱਚ ਕਰ ਲੈਂਦਾ ਆ, ਪੰਜ ਗਿਆਨ ਇੰਦਰੀਆਂ ਔਰ ਪੰਜ ਕਰਮ ਇੰਦਰੀਆਂ ਮੰਨੀਆਂ ਗਈਆਂ, ਉਹ ਪੰਜਾਂ ਨੂੰ ਕਾਬੂ ਵਿੱਚ ਕਰਕੇ ਫਿਰ ਉਹਦਾ ਮਨ ਡੋਲਦਾ ਨਹੀਂ। ਅਥਵਾ ਜਿਹੜਾ ਮਨੁੱਖ ਨਾਮ ਜਪਦਾ ਫਿਰ ਉਹ ਪੰਜਾਂ ਵਿਕਾਰਾਂ ਨੂੰ ਵੀ ਕਾਬੂ ਕਰ ਲੈਂਦਾ। ਜਿਹਨੇ ਪੰਜ ਵਿਕਾਰ ਕਾਬੂ ਕੀਤੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਨੂੰ ਵੀ ਕਾਬੂ ਕਰ ਲੈਂਦਾ ਹੈ। ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਸੂਖਸ਼ਮ ਤੱਤ, ਇਹਨਾਂ ਨੂੰ ਕਾਬੂ ਕਰ ਲੈਂਦਾ। ਪੰਜ ਵਿਕਾਰਾਂ ਨੂੰ ਉਹ ਕਾਬੂ ਕਰ ਲੈਂਦਾ। ਫਿਰ ਉਹਦਾ ਮਨ ਨਹੀਂ ਡੋਲਦਾ, ਮਨ ਟਿਕਾ ਦੇ ਵਿੱਚ ਆ ਜਾਂਦਾ। ਭਰਥਰ ਤੁਰਿਆ ਜਾਂਦਾ ਸੀ ਰਾਜ ਭਾਗ ਛੱਡ ਕੇ,
ਭਿਖਿਆ ਮੰਗਣ ਜਾਂਦਾ ਸੀ ਸਵੇਰੇ ਸਵੇਰੇ। ਰਾਹ ਵਿੱਚ ਦ੍ਰਿਸ਼ਟੀ ਪਿਆ ਵੀ ਕੋਈ ਲਾਲ ਪਿਆ ਹੋਇਆ, ਮਨ ਡੋਲ ਗਿਆ। ਮਨ ਨੇ ਆਖਿਆ ਵੀ ਬੜਾ ਕੀਮਤੀ ਲਾਲ ਹੈ। ਰਾਜਾ ਸੀ ਨਾ, ਪਰਖਤਾ ਸੀ ਵੀ ਇਹ ਲਾਲ ਬੜਾ ਕੀਮਤੀ ਹੈ, ਵੀ ਇਹਨੂੰ ਚੁੱਕ ਲੈ, ਤੇਰੇ ਕੰਮ ਆਵੇਗਾ। ਫਿਰ ਮਨ ਨੇ ਆਖਿਆ, ਮਨਾ ਰਾਜ ਭਾਗ ਛੱਡ ਦਿੱਤਾ, ਪਦਾਰਥ ਛੱਡ ਦਿੱਤੇ, ਅਜੇ ਵੀ ਇਹਦੇ ਲਾਲਚ ਵਿੱਚ ਹੈ। ਹੁਣ ਮਨ ਕਦੇ, ਜਿਵੇਂ ਗੁਰਬਾਣੀ ਕਹਿੰਦੀ ਨਾ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੇ ਮਨ ਆਖੇ ਵੀ ਮਨਾ ਰਾਜ ਭਾਗ ਛੱਡ ਦਿੱਤਾ, ਅਜੇ ਵੀ ਲਾਲਚ ਵਿੱਚ। ਕਦੇ ਮਨ ਆਖੇ ਵੀ ਇਹ ਕੀਮਤੀ ਬੜਾ, ਚੁੱਕ ਲੈ। ਆਪਾਂ ਕਿਹੜਾ ਕਿਸੇ ਕੋਲੋਂ ਮੰਗਣ ਚੱਲੇ ਆ ਵੀ ਡਿੱਗਿਆ ਪਿਆ ਵੀ ਚੁੱਕ ਲੈ, ਇਹ ਕੀਮਤੀ ਬੜਾ। ਅਖੀਰ ਮਨ ਨੇ ਫੈਸਲਾ ਕਰ ਲਿਆ ਵੀ ਇਹਨੂੰ ਚੁੱਕ ਹੀ ਲਈਏ। ਹੁਣ ਜਦੋਂ ਚੁੱਕਣ ਲੱਗਾ ਤੇ ਭਰਥਰੀ ਰੋ ਪਿਆ, ਕਿਉਂਕਿ ਉਹ ਲਾਲ ਨਹੀਂ ਸੀ, ਕਿਸੇ ਨੇ ਪਾਨ ਖਾ ਕੇ ਸੁੱਟਿਆ ਹੋਇਆ ਸੀ। ਪਰ ਉਹ ਪੀਕ ਮੈਂ ਹਾਥ, ਉਸ ਪੀਕ ਦੇ ਵਿੱਚ ਉਹਦਾ ਹੱਥ ਪੈ ਗਿਆ ਤੇ ਭਰਥਰੀ ਰੋ ਪਿਆ। ਆਖਣ ਲੱਗਾ, ਮਨਾ ਰਾਜ ਭਾਗ ਛੱਡ ਕੇ ਲਾਲਚ ਨਹੀਂ ਛੱਡ ਸਕਿਆ। ਕਿਉਂਕਿ ਮਨ ਦਾ ਕੀ ਹੈ, ਕੀ ਪਤਾ ਕਿੱਥੇ ਡੋਲ ਜਾਏ। ਮਨ ਦਾ ਕੋਈ ਪਤਾ ਨਹੀਂ ਹੁੰਦਾ। ਤਾਂ ਹੀ ਭਗਤ ਕਬੀਰ ਜੀ ਕਹਿੰਦੇ ਵੀ ਅਜੇ ਤਾਂ ਆ ਬੇੜੀ ਨਾ ਸਮੁੰਦਰ ਵਿੱਚ ਹੈ, ਪਤਾ ਨਹੀਂ ਕਿੱਥੇ ਜਾ ਕੇ ਇਹਨੇ ਡੁੱਬ ਜਾਣਾ ਹੈ, ਕੀ ਪਤਾ ਇਹਦਾ ਕੀ ਬਣੇ। ਇਹ ਮਨ ਦਾ ਕੀ ਹੈ ਵੀ ਇਹਨੇ ਕਿੱਥੇ ਡੋਲ ਜਾਣਾ ਹੈ। ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ 5 ਵਿਕਾਰ ਕਾਬੂ ਕਰ ਲਏ, ਗੁਰਦੇਵ ਜੀ ਕਹਿੰਦੇ, ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਨਾਮ ਦੇ ਸਦਕਾ ਜਿਹੜੇ ਅੰਦਰੋਂ ਤ੍ਰਿਪਤ ਹੋ ਜਾਂਦੇ ਨੇ, ਉਹਨਾਂ ਦਾ ਮਨ ਕਦੇ ਡੋਲਿਆ ਨਹੀਂ ਕਰਦਾ। ਉਹਨਾਂ ਦੇ ਮਨ ਨੂੰ ਗੁਰੂ ਕਾ ਸ਼ਬਦ ਐਸਾ ਆਸਰਾ ਬਖਸ਼ਦਾ, ਜਿਉ ਮੰਦਰ ਕੋ ਥੰਮੈ ਥੰਮਨ, ਤੇ ਉਹ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜੈਸੇ ਘਰ ਨੂੰ, ਮੰਦਰ ਨੂੰ ਥੰਬ ਆਸਰਾ ਦਿੰਦਾ, ਤੈਸੇ ਗੁਰੂ ਕਾ ਸ਼ਬਦ ਉਹਨਾਂ ਦੇ ਮਨ ਨੂੰ ਵੀ ਆਸਰਾ ਬਖਸ਼ਦਾ ਹੈ। ਐਸੀ ਜੁਗਤ ਜੋਗ ਕੋ ਪਾਲੇ। ਗੁਰਦੇਵ ਕਹਿੰਦੇ, ਮਛੰਦਰ ਨਾਥ ਜਿਹੜਾ ਇਹੋ ਜੀ ਜੁਗਤੀ ਨਾਲ ਜੋਗ ਨੂੰ ਪਾਲਦਾ ਹੈ। ਜੋਗ ਦਾ ਅਰਥ ਕੀ ਹੈ? ਜੁੜਨਾ। ਸਾਡਾ ਸਰੀਰ ਹੈ, ਹੱਡੀਆਂ ਦਾ ਜੋੜ ਹੀ ਹੈ। ਹੱਡੀਆਂ ਜੁੜ ਜੁੜ ਕੇ ਸਰੀਰ ਬਣਿਆ, ਨਾੜਾਂ ਜੁੜ ਜੁੜ ਕੇ ਸਰੀਰ ਬਣਿਆ। ਇਹ ਜਿਤਨਾ ਬ੍ਰਹਿਮੰਡ ਹੈ, ਇਹ ਜੁੜ ਜੁੜ ਕੇ ਹੀ ਬ੍ਰਹਿਮੰਡ ਬਣਿਆ ਹੈ। ਖੰਡ ਖੰਡ ਕੁਝ ਵੀ ਨਹੀਂ। ਜੋ ਖੰਡ ਹੈ ਟੁਕੜਿਆਂ ਵਿੱਚ ਵੰਡਿਆ ਹੋਇਆ, ਉਹ ਅਲੱਗ ਹੈ, ਉਹ ਵੱਖਰਾ ਹੈ। ਜੋ ਜੁੜਿਆ ਹੋਇਆ ਉਹ ਜੋਗ ਹੈ। ਜੋਗ ਤੋਂ ਮੁਰਾਦ ਹੈ ਕਿ ਜੁੜਨਾ, ਜਿਹੜਾ ਜੁੜ ਚੁੱਕਾ ਅੰਦਰੋਂ। ਜਿਹੜਾ ਭੋਗੀ ਹੋਵੇ ਉਹ ਖੰਡ ਖੰਡ ਹੁੰਦਾ ਹੈ। ਉਹਦੀ ਸੁਰਤ, ਉਹਦਾ ਮਨ ਪਰਮੇਸ਼ਰ ਨਾਲੋਂ ਸਭ ਕੁਝ ਟੁੱਟਿਆ ਹੁੰਦਾ, ਉਹ ਖੰਡ ਖੰਡ ਹੈ। ਭੋਗੀ ਜਿਹੜਾ ਹੈ, ਜਿਹੜਾ ਜੋਗੀ ਹੈ ਉਹ ਜੁੜਿਆ ਹੋਇਆ। ਹੁਣ ਕੋਈ ਕਹਾਵੇ ਜੋਗੀ ਤੇ ਜੁੜਿਆ ਨਾ ਹੋਵੇ, ਗੁਰਦੇਵ ਜੀ ਕਹਿੰਦੇ ਫਿਰ ਤੁਸੀਂ ਜੋਗੀ ਅਖਵਾਣ ਦੇ ਲਾਇਕ ਨਹੀਂ। ਹਾਂ, ਸਿੱਧ ਹੋ ਸਕਦੇ ਹੋ ਕਿ ਜੋਗ ਦੇ ਬਲ ਦੇ ਨਾਲ ਤੁਸੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਪਰ ਜੋਗੀ ਨਹੀਂ। ਕਿਉਂਕਿ ਜੋਗ ਦੀ ਖੇਡ ਅਜੇ ਬੜੀ ਦੂਰ ਦੀ ਹੈ, ਅਜੇ ਜੁੜੇ ਨਹੀਂ ਤੁਸੀਂ। ਪਾਤਸ਼ਾਹ ਕਹਿੰਦੇ, ਜਿਹੜੀ ਜੁਗਤੀ ਅਸੀਂ ਦੱਸੀ ਹੈ, ਜਿਨ੍ਹਾਂ ਨੇ ਇਸ ਜੁਗਤੀ ਨਾਲ ਜੋਗ ਨੂੰ ਪਾਲਣਾ ਕੀਤਾ ਹੈ, ਆਪ ਤਰੈ ਸਗਲੇ ਕੁਲ ਤਾਰੇ। ਐਸਾ ਗੁਰਮੁਖ ਆਪ ਤਰ ਜਾਂਦਾ, ਨਾਲ ਆਪਣੀਆਂ ਸਾਰੀਆਂ ਕੁੱਲਾਂ ਨੂੰ ਤਾਰ ਕੇ ਲੈ ਜਾਂਦਾ ਹੈ। ਮਲਾਹ ਬੇੜੀ ਵਿੱਚ ਬੈਠਾ ਹੋਵੇ, ਉਹਨੇ ਆਪ ਤਾਂ ਤਰਨਾ ਹੀ ਹੁੰਦਾ ਹੈ, ਪਰ ਬੇੜੀ ਵਿੱਚ ਬਿਠਾ ਕੇ ਉਹ ਕਈਆਂ ਨੂੰ ਤਾਰ ਕੇ ਪਾਰ ਲੈ ਜਾਂਦਾ ਹੈ। ਨਾਮ ਜਪਣ ਵਾਲਾ ਆਪ ਤਰਦਾ ਹੈ, ਆਪਣੇ ਨਾਲ ਨਾਲ ਜਿਨ੍ਹਾਂ ਨੇ ਉਹਦੀ ਸੰਗਤ ਨੂੰ ਮਾਣਿਆ, ਉਹਨਾਂ ਨੂੰ ਵੀ ਤਾਰ ਕੇ ਲੈ ਜਾਂਦਾ। ਉਹ ਆਪਣੀਆਂ ਕੁੱਲਾਂ ਵੀ ਪਾਰ ਉਤਾਰ ਲੈਂਦਾ ਹੈ। ਮਹਾਰਾਜ ਕਲਗੀਧਰ ਜੀ ਸੈਰ ਕਰਨ ਵਾਸਤੇ ਜਦੋਂ ਦਰਿਆ ਦੇ ਕੰਢੇ ਗਏ, ਤੇ ਇੱਕ ਸਿੱਖ ਨੇ ਬੇੜੀ ਵਿੱਚ ਮਹਾਰਾਜ ਨੂੰ ਸੈਰ ਕਰਾਈ।
ਸੈਰ ਕਰਨ ਤੋਂ ਬਾਅਦ ਗੁਰਦੇਵ ਜਦੋਂ ਮਾਇਆ ਦੇਣ ਲੱਗੇ ਤੇ ਸਿੱਖ ਨੇ ਹੱਥ ਜੋੜ ਲਏ, ਪਾਤਸ਼ਾਹ ਇਹ ਦੌਲਤ ਨਹੀਂ ਚਾਹੀਦੀ, ਕਿਉਂਕਿ ਸਾਰੀ ਜ਼ਿੰਦਗੀ ਦੌਲਤ ਕਮਾਉਣ ਦਾ ਮੌਕਾ ਮਿਲਿਆ, ਪਰ ਅੱਜ ਕੋਈ ਇਹੋ ਜਿਹੀ ਦੌਲਤ ਲੈਣ ਦਾ ਸਮਾਂ ਮਿਲਿਆ ਤੇ ਮੈਂ ਉਸ ਦੌਲਤ ਨੂੰ ਲੈਣ ਦੀ ਬਜਾਏ ਆ ਦੁਨਿਆਵੀ ਦੌਲਤ ਲੈ ਲਵਾਂ, ਆ ਨਹੀਂ ਚਾਹੀਦੀ ਮੈਨੂੰ। ਪਾਤਸ਼ਾਹ ਕਹਿੰਦੇ ਸਿੱਖਾ ਫਿਰ ਕੀ ਚਾਹੀਦਾ? ਮਹਾਰਾਜ ਕਿਰਪਾ ਕਰਕੇ ਮੇਰੀਆਂ ਕੁੱਲਾਂ ਤਾਰ ਦਿਓ, ਰਹਿਮਤ ਕਰੋ ਪਾਤਸ਼ਾਹ, ਮੈਂ ਝੂਠੀ ਦੌਲਤ ਪਿੱਛੇ ਸੱਚੀ ਦੌਲਤ ਨਹੀਂ ਠੁਕਰਾਣਾ ਚਾਹੁੰਦਾ। ਗੁਰੂ ਕਲਗੀਧਰ ਜੀ ਇੰਨੀ ਦਇਆ ਵਿੱਚ, ਇੰਨੀ ਕਿਰਪਾ ਦੇ ਵਿੱਚ ਆਏ, ਆਖਿਆ ਸਿੱਖਾ ਮੇਰੇ ਜਿੰਨੇ ਸਿੰਘਾਂ ਨੂੰ ਤੂੰ ਸੈਰ ਕਰਾਈ ਹੈ ਨਾ, ਤੇਰੀਆਂ ਉਨੀਆਂ ਕੁੱਲਾਂ ਮੈਂ ਤਾਰ ਦਿੱਤੀਆਂ। ਇਤਿਹਾਸਕਾਰ ਲਿਖਦੇ ਵੀ 21 ਸਿੰਘ ਮਹਾਰਾਜ ਦੇ ਨਾਲ ਸਨ ਜਿਹਨੂੰ ਉਹਨੇ ਸੈਰ ਕਰਾਈ। ਗੁਰਦੇਵ ਕਹਿੰਦੇ ਤੇਰੀਆਂ 21 ਕੁੱਲਾਂ ਤਾਰ ਦਿੱਤੀਆਂ। ਭਾਵੇਂ ਕਹਿਣ ਮਾਤਰ ਸਾਨੂੰ ਬਚਨ ਇਉਂ ਲੱਗਦਾ ਹੋਵੇ ਵੀ 21 ਕੁੱਲਾਂ ਤਾਰ ਦਿੱਤੀਆਂ ਮਹਾਰਾਜ ਨੇ, ਪਰ ਕਦੀ ਗਹਿਰਾਈ ਵਿੱਚ ਵੇਖੋ ਵੀ ਇੱਕ ਦਾ ਤਰਨਾ ਕਠਨ ਹੁੰਦਾ, ਇੱਕ ਦੇ ਲਈ ਤਰਨਾ ਸੰਸਾਰ ਤੋਂ ਕਠਨ ਹੁੰਦਾ ਜੇ। ਤੇ ਜਦੋਂ ਗੁਰੂ ਸਾਹਿਬ ਦਇਆ ਦੇ ਘਰ ਦੇ ਵਿੱਚ ਆ ਜਾਣ, ਸਿੱਖ ਦੀ ਸੇਵਾ ਵੇਖ ਕੇ ਖੁਸ਼ ਹੋ ਜਾਣ, ਫਿਰ ਉਦੋਂ ਕੁੱਲਾਂ ਤਾਰ ਦਿੰਦੇ ਨੇ, ਉਹਨਾਂ ਦੀਆਂ ਕੁੱਲਾਂ ਦਾ ਵੀ ਉਧਾਰ ਕਰ ਦਿੰਦੇ ਨੇ। 21 ਕੁੱਲਾਂ ਪਾਤਸ਼ਾਹ ਨੇ ਤਾਰੀਆਂ। ਜਿਸ ਕੁੱਲ ਵਿੱਚ ਨਾਮ ਜਪਣ ਵਾਲਾ ਪ੍ਰਗਟ ਹੋ ਜਾਵੇ, ਗੁਰਦੇਵ ਕਹਿੰਦੇ ਆਪ ਤਾਂ ਉਤਰਦਾ ਹੈ, ਨਾਲ 21 ਕੁੱਲਾਂ ਨੂੰ ਵੀ ਭਵ ਸਾਗਰ ਤੋਂ ਤਾਰ ਕੇ ਲੈ ਜਾਂਦਾ। ਇਸ ਵਾਸਤੇ ਗੁਰੂ ਦੀ ਸੇਵਾ ਸਿਮਰਨ ਬੜੇ ਭਾਉ ਤੇ ਪ੍ਰੇਮ ਨਾਲ ਗੁਰੂ ਕੇ ਸਿੱਖ ਨੂੰ ਕਰਨਾ ਚਾਹੀਦਾ, ਨਿਮਰਤਾ ਦੇ ਨਾਲ। ਜਿੰਨੀ ਨਿਮਰਤਾ ਨਾਲ ਸੇਵਾ ਕਰਾਂਗੇ ਓਨੀ ਖੇਡ ਬਣੇਗੀ। ਗੁਰੂ ਸਾਹਿਬ ਜੀ ਸਾਨੂੰ ਆਪ ਸੇਵਾ ਕਰਨ ਦੀ ਜਾਂਚ ਦੱਸਦੇ ਰਹੇ ਵੀ ਕੈਸੇ ਸੇਵਾ ਕਰਨੀ, ਕੈਸੇ ਸਿਮਰਨ ਕਰਨਾ। ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਪਰਸੋਂ ਆ ਰਿਹਾ ਹੈ। ਤੱਤੀ ਲੋਹ ਤੇ ਬਹਿਣਾ, ਰੇਤਾ ਸੀਸ ਵਿੱਚ ਪਵਾਉਣਾ, ਦੇਗ ਵਿੱਚ ਉਬਲਣਾ, ਉਹਨਾਂ ਦੀ ਸਿਮਰਨ ਦੀ ਸਿਖਰਤਾ ਸੀ। ਉਹ ਜਿੱਥੇ ਉਹਨਾਂ ਨੇ ਅਰਦਾਸ ਕੀਤੀ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਜਦੋਂ ਸੇਵਾ ਦੀ ਗੱਲ ਆਵੇ ਤੇ ਸੇਵਾ ਦੀ ਸਿਖਰਤਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਿਸ਼ੌਰ ਤੋਂ ਸੰਗਤ ਆਈ ਨਾ, ਤੇ ਭੇਸ ਵਟਾ ਕੇ ਪਿਪਲੀ ਸਾਹਿਬ ਗਏ। ਪ੍ਰਿੰਸੀਪਲ ਸਤਵੀਰ ਸਿੰਘ ਜੀ ਕਹਿੰਦੇ ਸੰਗਤ ਨੂੰ ਲੰਗਰ ਛਕਾਇਆ, ਮੁੱਠੀ ਚਾਪੀ ਕੀਤੀ ਵੀ ਸੰਗਤ ਥੱਕੀ ਹੋਈ ਹੈ। ਤੇ ਜਦੋਂ ਸੰਗਤ ਹਰਮੰਦਰ ਸਾਹਿਬ ਨੂੰ ਜਾਣ ਲੱਗੀ, ਅਸਥਾਨ ਨੂੰ ਜਾਣ ਲੱਗੀ ਦਰਸ਼ਨਾਂ ਲਈ ਮਹਾਰਾਜ ਦੇ, ਤੇ ਕਈ ਸਿੱਖ ਕਹਿਣ ਲੱਗੇ ਵਿੱਚੋਂ ਵੀ ਸਾਡੇ ਸਮਾਨ ਦੀ ਤੇ ਜੋੜਿਆਂ ਦੀ ਰੱਖਿਆ ਕੌਣ ਕਰੇਗਾ, ਕੌਣ ਖਿਆਲ ਰੱਖੇਗਾ? ਮਹਾਰਾਜ ਕਹਿੰਦੇ ਮੈਂ ਬਹਿ ਜਾਣਾ। ਹੁਣ ਸਿੱਖਾਂ ਨੂੰ ਤਾਂ ਪਤਾ ਨਹੀਂ ਸੀ ਵੀ ਕੌਣ ਹੈ, ਭੇਖ ਵਟਾਇਆ ਸੀ ਮਹਾਰਾਜ ਨੇ। ਆਖਿਆ ਮੈਂ ਇੱਥੇ ਬਹਿ ਜਾਣਾ, ਤੁਸੀਂ ਜਾਓ ਬੇਫਿਕਰ ਹੋ ਕੇ ਦਰਸ਼ਨ ਕਰਕੇ ਆਓ ਮਹਾਰਾਜ ਦੇ, ਮੈਂ ਸੇਵਾ ਕਰਦਾ। ਗੁਰਦੇਵ ਜੀ ਕਹਿੰਦੇ ਨਾ, ਗੁਰਬਾਣੀ ਅੰਦਰ ਸ੍ਰੀ ਰਾਗ ਵਿੱਚ ਬਚਨ ਆਉਂਦਾ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰ ਸਿੱਖਾ ਲਹਿਦਾ ਪਾਲਕ ਹੈ। ਇਹ ਕੇਵਲ ਬਚਨ ਗੁਰਬਾਣੀ ਵਿੱਚ ਕਿਹਾ ਨਹੀਂ, ਉਹ ਬਚਨ ਜੀਵਿਆ ਵੀ ਹੈ ਮਹਾਰਾਜ ਨੇ। ਆਪ ਗੁਰਸਿੱਖਾਂ ਨੂੰ ਭਾਲਦੇ ਸੇਵਾ ਕਰਨ ਵਾਸਤੇ, ਜਾਓ ਸਿੱਖੋ ਮੈਂ ਤੁਹਾਡੇ ਜੋੜਿਆਂ ਦਾ ਧਿਆਨ ਰੱਖਦਾ, ਇੱਥੇ ਬਹਿ ਕੇ ਤੁਹਾਡੇ ਸਮਾਨ ਦਾ ਖਿਆਲ ਰੱਖਦਾ ਵੀ ਤੁਸੀਂ ਦਰਸ਼ਨ ਕਰਾਓ। ਤੇ ਜਦੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ ਤੇ ਕੀ ਵੇਖਦੇ, ਮਹਾਰਾਜ ਉੱਥੇ ਮੌਜੂਦ ਨਹੀਂ ਸੀ। ਪੁੱਛਣ ਲੱਗੇ ਵੀ ਗੁਰੂ ਸਾਹਿਬ ਜੀ ਕਿਤੇ ਗਏ ਨੇ ਪ੍ਰਚਾਰ ਤੇ, ਵੀ ਦਰਸ਼ਨ ਕਰਨ ਵਾਸਤੇ ਆਏ ਸੀ ਤੇ ਮਹਾਰਾਜ ਇੱਥੇ ਮੌਜੂਦ ਨਹੀਂ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਜਿਨ੍ਹਾਂ ਨੂੰ ਜੋੜਿਆਂ ਦੀ ਸੇਵਾ ਤੇ ਬਿਠਾ ਕੇ ਆਇਓ ਨਾ, ਸਮਾਨ ਦੀ ਰੱਖਿਆ ਲਈ ਬਿਠਾ ਕੇ ਆਇਓ, ਉਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਜਦੋਂ ਸਿੱਖ ਗੁਰੂ ਸਾਹਿਬ ਦੀ ਐਸੀ ਕਮਾਈ ਵੱਲ ਵੇਖਦਾ ਤੇ ਫਿਰ ਸਿੱਖ ਦੀ ਰਸਨਾ ਵਿੱਚੋਂ ਧੰਨ ਗੁਰਦੇਵ, ਧੰਨ ਗੁਰਦੇਵ, ਧੰਨ ਗੁਰਦੇਵ ਨਿਕਲਦਾ ਹੈ। ਸਭ ਆਖੋ ਧੰਨ 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 ਗੁਰ ਸੋਈ। ਐਸੀ ਘਾਲਣਾ, ਉਹ ਘਾਲਣਾ ਕਿਉਂ ਘਾਲੀ?
ਕਿ ਮੇਰੇ ਸਿੱਖਾਂ ਨੂੰ ਜਾਚ ਆ ਜਾਵੇ ਘਾਲਣਾ ਘਾਲਣ ਦੀ, ਤਾਂ ਕਿ ਆਪ ਵੀ ਤਰ ਜਾਣ, ਇਹਨਾਂ ਦੀਆਂ ਕੁੱਲਾਂ ਵੀ ਭਵ ਸਾਗਰ ਤੋਂ ਤਰ ਜਾਣ। ਐਸੀ ਦਇਆ ਹੋਰ ਗੁਰੂ ਤੋਂ ਬਿਨਾਂ ਕਿਸ ਦੇ ਵਿੱਚ ਹੋ ਸਕਦੀ ਹੈ। ਜਦੋਂ ਕੋਈ ਭਾਵਨਾ ਰੱਖਦਾ, ਨਾਮ ਜਪਦਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਛੰਦਰਨਾਥ ਆਪ ਤਰੈ ਸਗਲੇ ਕੁਲ ਤਾਰੈ। ਉਹ ਆਪ ਤਰ ਜਾਂਦਾ, ਨਾਲ ਆਪਣੀਆਂ ਸਾਰੀਆਂ ਕੁੱਲਾਂ ਨੂੰ ਤਾਰ ਕੇ ਲੈ ਜਾਂਦਾ ਹੈ। ਸੋਆ ਧੂਤ ਐਸੀ ਮਤ ਪਾਵੈ। ਸੰਸਕ੍ਰਿਤ ਵਿੱਚ ਧੂਤ ਉਹਨੂੰ ਕਹਿੰਦੇ ਨੇ ਜੀ ਕੰਬਣਾ, ਕੰਬਣ ਵਾਲਾ। ਅਰਥਾਤ ਉਹਨਾਂ ਦੇ ਵਿੱਚ ਇੱਕ ਮਤ ਹੈ ਵੀ ਜਿਹੜੀ ਗਰਦ ਹੁੰਦੀ ਆ ਨਾ, ਮਿੱਟੀ ਹੁੰਦੀ ਆ, ਜਿਹੜਾ ਰਾਤ ਨੂੰ ਮਿੱਟੀ ਵਿੱਚ ਆਰਾਮ ਕਰੇ ਤੇ ਸਵੇਰੇ ਉੱਠ ਕੇ ਸਰੀਰ ਝਾੜ ਦਵੇ, ਉਹਨੂੰ ਅਵਧੂਤ ਮੰਨਦੇ ਨੇ ਵੀ ਇਹ ਸਾਧੂ ਹੈ। ਵੀ ਪਦਾਰਥ ਦੀ ਇੱਛਾ ਨਾ ਕਰੇ ਵੀ ਮੈਂ ਸੋਹਣੇ ਮਕਾਨਾਂ ਵਿੱਚ ਪਲੰਘਾਂ ਤੇ ਸੋਣਾ ਹੈ। ਪਰ ਅਸਲ ਵਿੱਚ ਅਵਧੂਤ ਕਿਹਨੂੰ ਮੰਨਿਆ ਜਾਂਦਾ? ਜਿਹੜਾ ਵਿਕਾਰਾਂ ਨੂੰ ਝਾੜ ਦੇਵੇ, ਅੰਦਰ ਦੇ ਵਿਕਾਰਾਂ ਨੂੰ ਝਾੜ ਦੇਵੇ। ਜੈਸੇ ਸਰੀਰ ਤੇ ਲੱਗੀ ਗਰਦ ਝਾੜ ਦੇਈਦੀ ਹੈ, ਤੈਸੇ ਆਪਣੇ ਅੰਦਰ ਦੇ ਵਿਕਾਰ ਨੂੰ ਜਿਹੜਾ ਝਾੜ ਦੇਵੇ ਉਹਨੂੰ ਅਵਧੂਤ ਕਹਿੰਦੇ ਨੇ। ਆਪਾਂ ਨੂੰ ਵਿਰਕਤ ਸਾਧੂ ਕਹਿ ਦਿੰਦੇ ਆ, ਤਿਆਗੀ ਸਾਧੂ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਇਹਦੀ ਵਿਆਖਿਆ ਵੀ ਕੀਤੀ, ਸਾਧ ਨਾਮ ਨਿਰਮਲਤਾ ਕੇ ਕਰਮ। ਕੌਣ ਹੈ ਸਾਧੂ? ਜਿਹਦੇ ਕਰਮ ਨਿਰਮਲ ਨੇ, ਜਿਹਦੇ ਕਰਮਾਂ ਵਿੱਚ ਨਿਰਮਲਤਾ ਹੀ ਹੈ, ਨੇਤਰਾਂ ਵਿੱਚ, ਰਸਨਾ ਵਿੱਚ, ਕੰਨਾਂ ਵਿੱਚ, ਹੱਥਾਂ ਦੇ ਵਿੱਚ ਨਿਰਮਲਤਾ ਹੀ ਹੈ। ਤਾਂ ਉਹ ਨਿਰਮਲਤਾ ਹੀ ਕੀ ਹੈ? ਜਿਤਨੇ ਵੀ ਕਰਮ ਉਹਦੇ ਪਾਸੋਂ ਹੁੰਦੇ ਨੇ ਉਹ ਹਮੇਸ਼ਾ ਚੰਗੇ ਕਰਮ ਹੀ ਹੁੰਦੇ ਨੇ। ਉਹਦੀ ਵੇਖਣੀ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ। ਇਹ ਨਿਰਮਲਤਾ ਹੀ ਹੈ, ਇੱਕ ਅਵਧੂਤ ਦੇ ਕਰਮ ਨੇ। ਹਿਰਦੇ ਵਿੱਚ ਆਰਾਧਦਾ ਗੁਰੂ ਨੂੰ, ਨੇਤਰਾਂ ਨਾਲ ਦਰਸ਼ਨ ਕਰਦਾ, ਕੰਨਾਂ ਨਾਲ ਸਿਫਤ ਸੁਣਦਾ, ਰਸਨਾ ਨਾਲ ਗਾਉਂਦਾ ਹੈ, ਉਹਦੇ ਕਰਮ ਨਿਰਮਲ ਨੇ। ਗੁਰਦੇਵ ਕਹਿੰਦੇ ਐਸਾ ਅਵਧੂਤ ਜਿਸ ਨੇ ਅੰਦਰ ਦੇ ਵਿਕਾਰ ਜਿਹੜੇ ਨਿਵਰਤ ਕਰ ਦਿੱਤੇ, ਵਿਕਾਰਾਂ ਦਾ ਤਿਆਗ ਕਰ ਦਿੱਤਾ ਹੈ। ਜਿਹੜਾ ਅਵਧੂਤ ਐਸੀ ਮਤ ਦੀ ਪ੍ਰਾਪਤੀ ਕਰਦਾ ਹੈ। ਅਹਨਸ ਸੁਨ ਸਮਾਦ ਸਮਾਵੈ। ਦਿਨ ਰਾਤ ਉਹ ਨਾਮ ਜਪਦਾ ਹੋਇਆ ਸੁਨ ਸਮਾਧੀ ਵਿੱਚ ਜਾ ਕੇ ਸਮਾ ਜਾਂਦਾ, ਨਿਰਵਿਕਲਪ ਸਮਾਧੀ ਦੇ ਵਿੱਚ, ਜਿੱਥੇ ਕਿਸੇ ਪ੍ਰਕਾਰ ਦਾ ਫੁਰਨਾ ਨਹੀਂ ਹੁੰਦਾ। ਅਰਥਾਤ ਕਿ ਉਹ ਬ੍ਰਹਮ ਲੀਨ ਹੋ ਜਾਂਦਾ ਹੈ, ਬ੍ਰਹਮ ਦੇ ਵਿੱਚ ਜਾ ਕੇ ਅਭੇਦ ਹੋ ਜਾਂਦਾ। ਜਿੰਨੇ ਵੀ ਫੁਰਨੇ ਕੁਫੁਰਨੇ ਨੇ ਸਰੀਰ ਵਿੱਚ ਹੀ ਨੇ। ਸਰੀਰ ਵਿੱਚ ਰਹਿੰਦੇ ਆ, ਮਨ ਜਦੋਂ ਬਾਹਰ ਭਟਕਦਾ, ਫੁਰਨੇ ਕੁਫੁਰਨਿਆਂ ਵਿੱਚ ਰਹਿੰਦਾ ਹੈ, ਭਟਕਦਾ ਰਹਿੰਦਾ ਹੈ। ਤੇ ਜਦੋਂ ਕੋਈ ਗੁਰੂ ਕਾ ਸਿੱਖ ਪਰਮੇਸ਼ਰ ਦਾ ਨਾਮ ਜਪਦਾ ਹੈ, ਤੇ ਨਾਮ ਜਪਦਿਆਂ ਜਪਦਿਆਂ ਫਿਰ ਜਦੋਂ ਸੁਰਤ ਉਹਦੀ ਇਕਾਗਰ ਹੋਣ ਲੱਗਦੀ, ਮਨ ਇਕਾਗਰ ਹੋਣ ਲੱਗਦਾ ਹੈ, ਫਿਰ ਉਹ ਨਿਰਵਿਕਲਪ ਸਮਾਧੀ ਵਿੱਚ ਜਾ ਕਰਕੇ ਸਮਾ ਜਾਂਦਾ, ਅਭੇਦ ਹੋ ਜਾਂਦਾ ਹੈ। ਰਹਾਉ ਭਿਖਿਆ ਭਾਈ ਭਗਤ ਪਹਿ ਚੱਲੈ। ਜੋਗੀ ਅਕਸਰ ਦੂਜਿਆਂ ਦੇ ਘਰ ਦੇ ਵਿੱਚ ਮੰਗਣ ਵਾਸਤੇ ਜਾਂਦੇ ਨੇ, ਮੰਗ ਕੇ ਗੁਜ਼ਾਰਾ ਕਰਦੇ ਨੇ। ਪੰਡਤ ਗੁਲਾਬ ਸਿੰਘ ਜੀ ਦਾ ਮੈਂ ਇੱਕ ਬਚਨ ਪੜ੍ਹਿਆ। ਉਹਨਾਂ ਨੇ ਪਹਿਲਾਂ ਨਾ ਇੱਕ ਮਿੱਠਾ ਜਿਹਾ ਤਾਨਾ ਮਾਰਿਆ ਰੱਬ ਨੂੰ। ਕਹਿੰਦੇ ਵੀ ਰੱਬ ਨੇ ਇਹਨਾਂ ਸਾਧੂਆਂ ਨੂੰ ਪੇਟ ਲਾ ਦਿੱਤਾ ਹੈ, ਇਹ ਗਲਤੀ ਕੀਤੀ ਹੈ। ਵੀ ਉਹਨਾਂ ਨੇ ਕੁਝ ਬਣਾਉਣਾ ਤਾਂ ਹੁੰਦਾ ਨਹੀਂ, ਫਿਰ ਉਹਨਾਂ ਨੂੰ ਮੰਗਣ ਵਾਸਤੇ ਜਾਣਾ ਪੈਂਦਾ ਲੋਕਾਂ ਦੇ ਘਰ ਵਿੱਚ, ਵੀ ਮੰਗ ਕੇ ਪ੍ਰਸ਼ਾਦਾ ਛਕਦੇ ਆਪਣਾ ਗੁਜ਼ਾਰਾ ਕਰਦੇ ਨੇ। ਵੀ ਇਹ ਗਲਤੀ ਕਰ ਦਿੱਤੀ। ਰੱਬ ਨੂੰ ਇਹ ਚਾਹੀਦਾ ਸੀ ਵੀ ਜੇਕਰ ਉਹਨਾਂ ਨੂੰ ਪੇਟ ਲਾਇਆ ਨਾ, ਤੇ ਉਹਨਾਂ ਦਾ ਭੋਜਨ ਉਹ ਦਰਖਤਾਂ ਦੇ ਫਲ ਬਣਾ ਦਿੰਦਾ, ਵੀ ਉਹ ਫਲ ਖਾ ਕੇ ਗੁਜ਼ਾਰਾ ਕਰ ਲੈਂਦੇ। ਫਿਰ ਨਾਲ ਹੀ ਉਹਨਾਂ ਨੇ ਜਵਾਬ ਦੇ ਦਿੱਤਾ ਵੀ ਰੱਬ ਨੇ ਚੰਗਾ ਕੀਤਾ ਵੀ ਸਾਧੂਆਂ ਨੂੰ ਪੇਟ ਲਾ ਦਿੱਤਾ। ਕਿਉਂਕਿ ਜਦੋਂ ਗ੍ਰਸਤੀਆਂ ਦੇ ਘਰ ਦੇ ਵਿੱਚ ਮੰਗਣ ਜਾਂਦੇ ਨੇ ਨਾ, ਤੇ ਗ੍ਰਸਤੀਆਂ ਨੂੰ ਦਰਸ਼ਨ ਦਿੰਦੇ ਨੇ, ਤੇ ਉਹਨਾਂ ਦੇ ਦਰਸ਼ਨ ਕਰਨ ਨਾਲ ਗ੍ਰਸਤੀਆਂ ਦਾ ਭਲਾ ਹੋ ਜਾਂਦਾ ਹੈ। ਰੱਬ ਨੇ ਚੰਗਾ ਕੀਤਾ ਵੀ ਸੰਤਾਂ ਨੂੰ, ਸਾਧੂਆਂ ਨੂੰ ਪੇਟ ਲਾ ਦਿੱਤਾ। ਉਹ ਪੇਟ ਦੀ ਭੁੱਖ ਕਰਕੇ ਗ੍ਰਸਤੀਆਂ ਦੇ ਘਰ ਵਿੱਚ ਜਾਂਦੇ ਨੇ, ਤੇ ਦਰਸ਼ਨ ਭੇਟਤ
ਹੋਤ ਨਿਹਾਲ। ਉਹਨਾਂ ਦੇ ਦਰਸ਼ਨ ਕਰਕੇ ਗ੍ਰਸਤੀ ਵੀ ਨਿਹਾਲ ਹੋ ਜਾਂਦੇ ਨੇ, ਗ੍ਰਸਤੀਆਂ ਦਾ ਵੀ ਭਲਾ ਹੋ ਜਾਂਦਾ। ਜੋਗੀ ਲੋਕ ਮੰਗਣ ਵਾਸਤੇ ਜਾਂਦੇ ਨੇ, ਭਿਖਿਆ ਮੰਗਦੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸਲ ਭਿਖਿਆ ਕਿਹੜੀ ਹੈ? ਭਿਖਿਆ ਭਾਏ ਭਗਤ ਭੈ ਚੱਲੈ। ਜਿਹੜਾ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦਾ ਔਰ ਉਹਦੇ ਭੈ ਵਿੱਚ ਚੱਲਦਾ, ਇਹੀ ਅਸਲੀ ਭਿਖਿਆ ਹੈ, ਇਹੀ ਅਸਲੀ ਖੈਰਤ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਤੇਰੇ ਦਰ ਤੋਂ ਮੈਂ ਇਹੀ ਭਿਖਿਆ ਮੰਗਦਾ, ਕਿਰਪਾ ਕਰਕੇ ਬੰਦਗੀ ਦੀ ਖੈਰ ਮੇਰੀ ਝੋਲੀ ਦੇ ਵਿੱਚ ਪਾ ਦੇ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਮੈਨੂੰ ਭਿਖਿਆ ਚਾਹੀਦੀ ਹੈ, ਮੈਂ ਭੋਜਨ ਦੀ ਭਿਖਿਆ ਨਹੀਂ ਮੰਗਦਾ ਮਾਲਕ ਜੀਓ, ਤੁਹਾਡੇ ਦਰ ਤੋਂ ਪ੍ਰੇਮਾ ਭਗਤੀ ਦੀ ਦਾਤ ਮੈਂ ਮੰਗਦਾ ਹਾਂ। ਕਿਰਪਾ ਕਰਕੇ ਪ੍ਰੇਮਾ ਭਗਤੀ ਦੀ ਦਾਤ ਮੈਨੂੰ ਬਖਸ਼ੋ। ਸਾਡੇ ਵਾਸਤੇ ਅਸਲੀ ਭਿਖਿਆ ਹੈ ਪਰਮੇਸ਼ਰ ਦੀ ਪ੍ਰੇਮਾ ਭਗਤੀ ਔਰ ਪਰਮੇਸ਼ਰ ਦੇ ਭੈ ਵਿੱਚ ਚੱਲਣਾ। ਹੋਵੇ ਸੋ ਤ੍ਰਿਪਤ ਸੰਤਾਖ ਅਮੁੱਲੈ। ਜਿਹੜਾ ਮਨੁੱਖ ਪਰਮੇਸ਼ਰ ਦੀ ਪ੍ਰੇਮਾ ਭਗਤੀ ਔਰ ਉਹਦੇ ਭੈ ਵਿੱਚ ਚੱਲਦਾ ਹੈ, ਐਸੀ ਭਿਖਿਆ ਪ੍ਰਾਪਤ ਕਰਦਾ ਹੈ, ਉਹ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਤੋ ਤ੍ਰਿਪਤੀ ਦਾ ਸਾਧਨ ਕੀ ਹੈ ਜੀ? ਸੰਤੋਖ। ਜਿਹੜਾ ਸੰਤੋਖ ਅਮੋਲਕ ਹੈ, ਸੰਤੋਖ ਦੇ ਨਾਲ ਤ੍ਰਿਪਤੀ ਹੁੰਦੀ ਹੈ। ਸੰਤੋਖ ਤੋਂ ਬਿਨਾਂ ਮਨੁੱਖ ਰਜਦਾ ਨਹੀਂ। ਸੰਤੋਖ ਦੇ ਜੇ ਅਰਥ ਕਰਨੇ ਹੋਵਣ ਜੀ ਤੇ ਪ੍ਰਸੰਨਤਾ, ਜਥਾ ਲਾਭ ਤਥਾ ਸੰਤੁਸ਼ਟ ਤੇ, ਜੈਸਾ ਲਾਭ ਪ੍ਰਾਪਤ ਹੋ ਜਾਏ ਉਹਦੇ ਵਿੱਚ ਹੀ ਸੰਤੁਸ਼ਟ ਰਹਿਣਾ, ਜੋ ਕੁਝ ਮਿਲ ਜਾਏ, ਭਾਵੇਂ ਘਾਟਾ ਪਵੇ ਤੇ ਭਾਵੇਂ ਲਾਭ ਪ੍ਰਾਪਤ ਹੋ ਜਾਏ ਉਹਦੇ ਵਿੱਚ ਪ੍ਰਸੰਨ ਰਵੇ। ਇਹ ਨਾ ਆਖੇ ਵੀ ਮੈਨੂੰ ਅੱਜ ਘਾਟਾ ਪੈ ਗਿਆ। ਸੁਭਾਵਿਕ ਹੈ ਲਾਭ ਹੋਵੇ ਤੇ ਬੰਦਾ ਪ੍ਰਸੰਨ ਹੁੰਦਾ ਹੈ, ਘਾਟਾ ਹੋਵੇ ਤੇ ਦੁਖੀ ਹੁੰਦਾ ਹੈ। ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਉਹ ਹਾਨੀ ਤੇ ਲਾਭ ਦੇ ਵਿੱਚ ਪ੍ਰਸੰਨ ਰਹਿੰਦੇ ਨੇ। ਜੋ ਕੁਝ ਹੈ ਵਾਹਿਗੁਰੂ ਤੇਰਾ ਭਾਣਾ ਹੈ, ਉਸ ਸੰਤੋਖ ਦੇ ਵਿੱਚ ਉਹ ਜੀਵਦੇ ਨੇ। ਇਸੇ ਕਰਕੇ ਗੁਰਦੇਵ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ। ਭਗਤਾਂ ਦੇ ਮਨ ਵਿੱਚ ਸਦਾ ਆਨੰਦ ਖੇੜਾ ਵਿਗਾਸ ਰਹਿੰਦਾ। ਇਹ ਹੈ ਅਸਲੀ ਸੰਤੋਖ। ਜਿਨ੍ਹਾਂ ਨੇ ਅਮੋਲਕ ਸੰਤੋਖ ਦੀ ਪ੍ਰਾਪਤੀ ਕਰ ਲਈ, ਉਹ ਗੁਰਮੁਖ ਅੰਦਰੋਂ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ। ਉਹਨਾਂ ਨੂੰ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਪਦਾਰਥ ਭਾਵੇਂ ਲੱਖ ਆਪਾਂ ਪ੍ਰਾਪਤ ਕਰੀ ਜਾਈਏ, ਪਰ ਅੰਦਰ ਭੁੱਖ ਨਹੀਂ ਸਾਡੀ ਮਿਟਦੀ ਕਦੇ। ਗੁਰਦੇਵ ਕਹਿੰਦੇ ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਸੰਤੋਖ ਤੋਂ ਬਿਨਾ ਕੋਈ ਰਜਦਾ ਹੀ ਨਹੀਂ, ਤੇ ਸੰਤੋਖ ਕਿਤੋਂ ਪ੍ਰਾਪਤ ਨਹੀਂ ਹੁੰਦਾ। ਸੰਤੋਖ ਕਿਤੋਂ ਖਰੀਦਿਆ ਨਹੀਂ ਜਾ ਸਕਦਾ, ਸੰਤੋਖ ਸਿੱਖਿਆ ਨਹੀਂ ਜਾ ਸਕਦਾ। ਸੰਤੋਖ ਹਿਰਦੇ ਦੇ ਘਰ ਵਿੱਚੋਂ ਉਦੋਂ ਪੈਦਾ ਹੁੰਦਾ ਜਦੋਂ ਕੋਈ ਉਹਦੀ ਪ੍ਰੇਮਾ ਭਗਤੀ ਕਰਦਾ ਹੈ। ਇਹਦਾ ਥੋੜਾ ਜਿਹਾ ਭਾਵ ਸਮਝੀਏ ਕਿ ਜਦੋਂ ਪ੍ਰੇਮਾ ਭਗਤੀ ਦੇ ਵਿੱਚ ਕੋਈ ਡੁੱਬ ਜਾਂਦਾ ਹੈ, ਉਦੋਂ ਫਿਰ ਉਹ ਮਾਲਕ ਦੀ ਰਜ਼ਾ ਵਿੱਚ ਪ੍ਰਸੰਨ ਰਹਿੰਦਾ ਹੈ। ਇੱਕ ਛੋਟੀ ਜਿਹੀ ਉਦਾਹਰਣ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਆਏ ਨਾ, ਤੇ ਮਾਤਾ ਸੁਲੱਖਣੀ ਅਰਦਾਸ ਕਰਦੇ, ਪਾਤਸ਼ਾਹ ਕਿਰਪਾ ਕਰੋ, ਮੈਨੂੰ ਤੁਹਾਡਾ ਸਾਥ ਚਾਹੀਦਾ, ਮੈਨੂੰ ਆਪਣੇ ਨਾਲ ਰੱਖੋ। ਗੁਰਦੇਵ ਜੀ ਕਹਿੰਦੇ ਫਿਰ ਜਿਵੇਂ ਅਸੀਂ ਰਹਿੰਦੇ ਹਾਂ ਉਦਾਂ ਹੀ ਰਹਿਣਾ ਪਏਗਾ। ਹੋ ਸਕਦਾ ਕਿ ਰਹਿਣ ਵਾਸਤੇ ਮਕਾਨ ਨਾ ਮਿਲੇ, ਹੋ ਸਕਦਾ ਛਕਣ ਵਾਸਤੇ ਚੰਗਾ ਭੋਜਨ ਨਾ ਮਿਲੇ, ਪਹਿਨਣ ਵਾਸਤੇ ਵਸਤਰ ਤੇ ਗਹਿਣੇ ਆਦਿਕ ਨਾ ਪ੍ਰਾਪਤ ਹੋਵਣ। ਜੇ ਤਾਂ ਏਦਾਂ ਰਹਿਣ ਵਾਸਤੇ ਤਿਆਰ ਹੋ ਤੇ ਫਿਰ ਸਾਡੇ ਨਾਲ ਆ ਜਾਓ। ਮਾਤਾ ਜੀ ਕਹਿਣ ਲੱਗੇ ਗਰੀਬ ਨਵਾਜ ਸੱਚੇ ਪਾਤਸ਼ਾਹ, ਮੈਨੂੰ ਨਾ ਗਹਿਣੇ ਚਾਹੀਦੇ, ਨਾ ਵਸਤਰ ਚਾਹੀਦੇ, ਨਾ ਚੰਗਾ ਭੋਜਨ ਚਾਹੀਦਾ। ਜਿੱਥੇ ਤੁਸੀਂ ਬੈਠੇ ਹੋ ਉੱਥੇ ਮੈਂ ਤੁਹਾਡੇ ਨਾਲ ਬੈਠਾਂਗੀ। ਮੈਨੂੰ ਤੁਹਾਡਾ ਸਾਥ ਚਾਹੀਦਾ, ਮੈਨੂੰ ਗਹਿਣੇ ਨਹੀਂ ਚਾਹੀਦੇ, ਮੈਨੂੰ ਵਸਤਰ ਨਹੀਂ ਚਾਹੀਦੇ। ਇਹਨੂੰ ਸੰਤੋਖ ਕਹਿੰਦੇ ਨੇ। ਇਹ ਹੈ ਸੰਤੋਖ। ਮਨ ਦੀ ਸੰਤੁਸ਼ਟੀ ਚਾਹੀਦੀ ਹੈ, ਮਨ ਦੀ ਤ੍ਰਿਪਤੀ ਚਾਹੀਦੀ ਹੈ। ਪਾਤਸ਼ਾਹ ਉਹ ਤ੍ਰਿਪਤੀ ਤੁਹਾਡੇ ਨਾਲ ਹੈ, ਨਾ ਕਿ ਗਹਿਣਿਆਂ ਦੇ ਵਿੱਚੋਂ ਹੈ, ਨਾ ਕਿ ਉਹ ਤ੍ਰਿਪਤੀ ਵਸਤਰਾਂ ਦੇ ਵਿੱਚੋਂ ਹੈ। ਮੈਨੂੰ ਤੁਹਾਡਾ ਸਾਥ ਚਾਹੀਦਾ ਹੈ।
ਤੇ ਪ੍ਰੇਮਾ ਭਗਤੀ ਕਰਨ ਵਾਲੇ ਸਦਾ ਪਰਮੇਸ਼ਰ ਦਾ ਸਾਥ ਮੰਗਦੇ ਨੇ। ਰੱਤੇ ਸਹੀ ਜੇ ਮੁਖ ਨਾ ਮੋੜਨ, ਜਿਹੜੇ ਰੱਤੇ ਗਏ ਫਿਰ ਉਹ ਮੁਖ ਨਹੀਂ ਮੋੜਦੇ ਉਹਦੇ ਤੋਂ। ਫਿਰ ਉਹ ਕਹਿੰਦੇ ਰੂਖੋ ਭੋਜਨ ਭੂਮ ਸੈਨ, ਭਾਵੇਂ ਰੁੱਖਾ ਭੋਜਨ ਛਕਣਾ ਪਵੇ, ਭਾਵੇਂ ਧਰਤੀ ਤੇ ਸੌਣਾ ਪਏ, ਪ੍ਰਵਾਨ ਹੈ। ਉਹਦੇ ਪ੍ਰੇਮ ਦੇ ਰੰਗ ਵਿੱਚ ਐਸੇ ਰੰਗੇ ਗਏ ਕਿ ਪ੍ਰੇਮ ਦੇ ਰੰਗ ਦੇ ਅੰਦਰ ਭਾਵੇਂ ਬੰਦ-ਬੰਦ ਕਟਾਣਾ ਪੈ ਗਿਆ, ਉਹਦੇ ਵਿੱਚ ਹੀ ਖੁਸ਼ ਨੇ, ਪਰ ਉਹਨਾਂ ਨੇ ਅੰਦਰ ਦਾ ਪਿਆਰ ਨਹੀਂ ਛੱਡਿਆ। ਇਹ ਸੰਤੋਖ ਦਾ ਜਿਹੜਾ ਜਨਮ ਹੈ, ਮਹਾਰਾਜ ਕਹਿੰਦੇ ਵੀ ਇਹੋ ਜੀ ਜੁਗਤੀ ਉੱਪਰ ਕਹਿ ਆਏ ਨੇ ਨਾ, ਐਸੀ ਜੁਗਤ ਜਿਹੜੀ ਹੈ, ਉਸ ਜੁਗਤੀ ਦੇ ਨਾਲ ਇਹ ਸਾਰਾ ਕੁਝ ਪ੍ਰਾਪਤ ਹੁੰਦਾ। ਜਿਹੜਾ ਪਾਏ ਭਗਤ ਪ੍ਰੇਮਾ ਭਗਤੀ ਤੇ ਉਹਦੇ ਭੈ ਵਿੱਚ ਚੱਲਦਾ ਹੈ, ਉਹ ਅਮੋਲਕ ਸੰਤੋਖ ਦੀ ਦਾਤ ਪ੍ਰਾਪਤ ਕਰਕੇ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਧਿਆਨ ਰੂਪ ਹੋਏ ਆਸਣ ਪਾਵੈ। ਸਤਿਗੁਰੂ ਕਹਿੰਦੇ ਫਿਰ ਉਹ ਧਿਆਨ ਰੂਪ ਹੋ ਕਰਕੇ ਐਸੇ ਆਸਣ ਦੀ ਪ੍ਰਾਪਤੀ ਕਰਦਾ ਹੈ। ਧਿਆਤਾ ਧਿਆਨ ਤੇ ਧਿਆਤਾ ਧਿਆਨ ਲਾਉਣ ਵਾਲਾ ਤੇ ਬ੍ਰਹਮ ਤੋਂ ਦੋਹਾਂ ਦੇ ਵਿੱਚ ਜਿਹੜੀ ਚੀਜ਼ ਹੈ ਉਹ ਹੈ ਧਿਆਨ। ਇੱਕ ਜਿਸ ਦਾ ਧਿਆਨ ਲਾਇਆ ਜਾ ਰਿਹਾ ਹੈ, ਇੱਕ ਜਿਹੜਾ ਧਿਆਨ ਲਾਉਣ ਵਾਲਾ ਹੈ, ਤੇ ਦੋਨਾਂ ਨੂੰ ਜੋੜਨ ਵਾਲੀ ਚੀਜ਼ ਹੈ ਜੀ ਧਿਆਨ। ਜਦੋਂ ਕੋਈ ਪਰਮੇਸ਼ਰ ਵਿੱਚ ਧਿਆਨ ਜੋੜਦਾ ਤੇ ਧਿਆਨ ਜੋੜਦਿਆਂ ਨਾ ਧਿਆਤਾ ਰਹਿੰਦਾ ਨਾ ਧਿਆਨ ਰਹਿੰਦਾ, ਫਿਰ ਉਹ ਧੇ ਦਾ ਰੂਪ ਹੀ ਹੋ ਜਾਂਦਾ ਹੈ। ਅਰਥਾਤ ਕਿ ਉਹ ਬ੍ਰਹਮ ਦੇ ਵਿੱਚ ਵਿਲੀਨ ਹੋ ਜਾਂਦਾ ਹੈ, ਬ੍ਰਹਮ ਰੂਪ ਹੀ ਹੋ ਜਾਂਦਾ ਹੈ। ਜੈਸੇ ਘੜੇ ਦਾ ਪਾਣੀ ਆਪਾਂ ਦਰਿਆ ਵਿੱਚ ਸਮੁੰਦਰ ਵਿੱਚ ਪਾ ਦਈਏ ਤੇ ਫਿਰ ਉਹ ਘੜੇ ਦਾ ਪਾਣੀ ਨਹੀਂ ਰਹਿੰਦਾ। ਨਦੀਆ ਤੈ ਵਾਹ ਪਬਹਿ ਸਮੁੰਦ ਨਾ ਜਾਣੀਐ ਹੈ। ਨਦੀਆਂ ਦਾ ਜਦੋਂ ਪ੍ਰਵਾਹ ਸਮੁੰਦਰ ਵਿੱਚ ਪੈ ਜਾਏ ਤੇ ਫਿਰ ਉਹਨਾਂ ਨੂੰ ਨਦੀ ਨਹੀਂ ਜਾਣੀਦਾ, ਉਹ ਸਮੁੰਦਰ ਰੂਪ ਹੀ ਹੋ ਜਾਂਦੇ ਨੇ। ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ। ਤੇ ਰੂਪ ਹੋ ਜਾਂਦੇ ਗੋਬਿੰਦ ਦੇ ਨਾਲ, ਇਸ ਤਰ੍ਹਾਂ ਲੀਨ ਹੋ ਜਾਂਦੇ ਜੈਸੇ ਪਾਣੀ ਨਾਲ ਪਾਣੀ ਲੀਨ ਹੋ ਜਾਂਦਾ ਹੈ। ਉਥੇ ਨਾ ਧਿਆਤਾ ਰਹਿੰਦਾ ਜੀ ਨਾ ਧਿਆਨ ਰਹਿੰਦਾ, ਕੇਵਲ ਧੇ ਰੂਪ ਹੋ ਜਾਂਦੇ ਨੇ। ਆਪਣੀ ਹਸਤੀ ਉਹਨਾਂ ਦੀ ਮਿਟ ਜਾਂਦੀ ਹੈ। ਤੇ ਜਿੰਨੀ ਦੇਰ ਤੱਕ ਆਪਣੇ ਆਪ ਨੂੰ ਮਿਟਾਉਂਦੇ ਨਹੀਂ, ਆਪਣੇ ਆਪ ਨੂੰ ਨਹੀਂ ਮਾਰਦੇ, ਉਤਨੀ ਦੇਰ ਤੱਕ ਧੇ ਰੂਪ ਨਹੀਂ ਹੋ ਸਕਦੇ। ਧੇ ਰੂਪ ਹੋਣ ਵਾਸਤੇ ਪਹਿਲਾਂ ਆਪਣੇ ਆਪ ਨੂੰ ਹੀ ਮਿਟਾਉਣਾ ਪੈਂਦਾ। ਵਾਹਿਗੁਰੂ 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 ਜਪਣਾ ਪੈਂਦਾ, ਤੂੰ ਕਰਨਾ ਪੈਂਦਾ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਜਿੱਧਰ ਵੀ ਝਾਤੀ ਮਾਰਦਾ ਬਸ ਤੁਸੀਂ ਨਜ਼ਰ ਆਉਂਦੇ ਹੋ। ਧੇ ਦਾ ਰੂਪ ਜਦੋਂ ਹੋ ਜਾਈਏ, ਉਹਦੇ ਵਿੱਚ ਲੀਨ ਅਭੇਦ ਹੋ ਜਾਈਏ, ਤਾਂ ਫਿਰ ਇਹ ਇੱਕ ਐਸੀ ਅਵਸਥਾ ਕਿ ਜਿਹਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਮੈਂ ਧੇ ਦਾ ਰੂਪ ਹੋ ਗਿਆ। ਬਿਆਨ ਤਾਂ ਉਨੀ ਦੇਰ ਤੱਕ ਕੀਤਾ ਜਾ ਸਕਦਾ ਵੀ ਜਿੰਨੀ ਦੇਰ ਤੱਕ ਉਹਦੇ ਨਾਲੋਂ ਮੈਂ ਵੱਖਰਾ ਹਾਂ। ਤੇ ਜਦੋਂ ਉਸੇ ਦਾ ਰੂਪ ਹੋ ਗਿਆ, ਫਿਰ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਰਾਮ ਕਬੀਰਾ ਏਕ ਪਏ ਹੈ, ਰਾਮ ਤੇ ਕਬੀਰ ਇੱਕ ਸਰੂਪ ਹੋ ਗਏ ਨੇ, ਇਹ ਤਾਂ ਕਹਿ ਸਕਦੇ ਨੇ। ਪਰ ਜਦੋਂ ਉਹਦਾ ਸਰੂਪ ਹੋ ਜਾਣ, ਫਿਰ ਉਹ ਕਥਨ ਤੋਂ ਅਕਥ ਹੋ ਜਾਂਦੇ ਨੇ, ਫਿਰ ਉਹਨੂੰ ਬਿਆਨ ਨਹੀਂ ਕਰ ਸਕਦੇ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਜੇ ਮੈਂ ਜਾਣਦਾ ਤੇ ਮੈਂ ਕਥਨ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਜੀ ਕਹਿੰਦੇ ਜਿਹੜਾ ਧਿਆਨ ਰੂਪ ਧੇ ਰੂਪ ਹੋ ਜਾਂਦਾ, ਐਸੇ ਆਸਣ ਦੀ ਪ੍ਰਾਪਤੀ ਕਰਦਾ ਹੈ। ਸਚ ਨਾਮ ਤਾੜੀ ਚਿਤ ਲਾਵੈ। ਐਸੇ ਪ੍ਰਭੂ ਦੇ ਪਿਆਰੇ ਪਰਮੇਸ਼ਰ ਦੇ ਸੱਚੇ ਨਾਮ ਦੇ ਨਾਲ ਆਪਣਾ ਚਿੱਤ ਜੋੜ ਕੇ ਐਸੀ ਤਾੜੀ ਸਮਾਧੀ ਉਹ ਲਾਣਾ ਕਰਦੇ ਹਨ। ਅੱਠੇ ਪੈਰ ਫਿਰ ਉਹ ਸਮਾਧੀ ਦੇ ਵਿੱਚ ਹੀ ਰਹਿੰਦੇ ਨੇ। ਇੱਕ ਤਾਂ ਚੌਂਕੜਾ ਮਾਰ ਕੇ ਫਿਰ ਸਮਾਧੀ ਵਿੱਚ ਬਹਿੰਦਾ, ਤੇ ਪ੍ਰਭੂ ਦੇ ਪਿਆਰੇ ਅੱਠੇ ਪੈਰੀ ਸਮਾਧੀ ਵਿੱਚ ਨੇ, ਕਿਉਂਕਿ ਉਹਨਾਂ ਦੀ ਸੁਰਤ ਰਹਿੰਦੀ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਇੱਕ ਖਿਣ ਮਾਤਰ ਵੀ ਪ੍ਰਭੂ ਨਾਲੋਂ ਸੁਰਤ ਜਿਹੜੀ ਉਹ ਅਲੱਗ ਨਹੀਂ ਹੁੰਦੀ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਹਨਾਂ ਦਾ ਇੱਕ ਵੀ ਸਾਹ ਜਿਹੜਾ ਬਿਅਰਥ ਨਹੀਂ ਜਾਂਦਾ। ਨਾਨਕ ਬੋਲੇ ਅੰਮ੍ਰਿਤ ਬਾਣੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਛੰਦਰ ਨਾਥ ਅਸੀਂ ਅੰਮ੍ਰਿਤ ਬਾਣੀ ਬੋਲਦੇ ਹਾਂ।
ਉਹ ਬਾਣੀ ਜਿਹੜੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ, ਸਿੱਖ ਦਾ ਜਨਮ ਤੇ ਮਰਨ ਦਾ ਦੁੱਖ ਕੱਟ ਦਿੰਦੀ ਹੈ। ਜੋ ਅੰਮ੍ਰਿਤ ਬਾਣੀ ਪਰਮ ਆਨੰਦ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਐਸੀ ਅਸੀਂ ਬਾਣੀ ਨੂੰ ਆਪਣੀ ਰਸਨਾ ਦੇ ਨਾਲ ਉਚਾਰਨ ਕਰਦੇ ਹਾਂ। ਸੁਣ ਮਾ ਛਿੰਦਰਾ ਔਦੂ ਨਿਸਾਣੀ। ਸਾਹਿਬ ਜੀ ਕਹਿੰਦੇ ਮਛਿੰਦਰ ਨਾਥ ਸੁਣ, ਇਹ ਜਿਹੜੀ ਅਵਧੂਤ ਦੀ ਸਾਧੂ ਦੀ ਨਿਸ਼ਾਨੀ ਹੈ, ਇਹ ਸਾਧੂ ਦੇ ਲੱਛਣ ਹਨ। ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਚਿੱਤ ਲਾ ਕੇ ਸਮਾਧੀ ਵਿੱਚ ਰਹਿੰਦਾ ਹੈ ਤੇ ਇਹ ਰੂਪ ਹੋ ਜਾਂਦਾ ਹੈ ਮਛਿੰਦਰ ਨਾਥ, ਇਹ ਅਵਧੂਤ ਦੀ ਨਿਸ਼ਾਨੀ ਹੈ। ਆਸਾ ਮਾਹੀ ਨਿਰਾਸ ਬੁਲਾਏ। ਜਿਹੜਾ ਆਸਾ ਵਿੱਚ ਰਹਿੰਦਿਆਂ ਹੋਇਆਂ ਨਿਰਾਸ਼ ਹੋ ਜਾਏ, ਵੇਖਣ ਵਾਲੇ ਨੂੰ ਇਉਂ ਲੱਗੇ ਵੀ ਜਿਵੇਂ ਪਦਾਰਥਾਂ ਦੇ ਵਿੱਚ ਰਹਿੰਦਾ ਹੈ, ਵੇਖਣ ਵਾਲੇ ਨੂੰ ਐਸਾ ਲੱਗੇ, ਪਰ ਆਪ ਅੰਦਰੋਂ ਨਿਰਾਸ਼ ਹੋ ਕੇ ਰਹਿੰਦਾ ਹੈ। ਜਿਵੇਂ ਭਾਈ ਭਿਖਾਰੀ ਸਾਹਿਬ ਜੀ ਨੂੰ ਜਦੋਂ ਭਾਈ ਗੁਰਮੁਖ ਮਿਲਣ ਵਾਸਤੇ ਗਏ ਨਾ, ਤੇ ਉਹ ਆਪਣੇ ਦੁਨਿਆਵੀ ਕਾਰ ਵਿਹਾਰ ਕਰਦੇ ਪਏ ਸੀ, ਤੇ ਵੇਖ ਕੇ ਆਖਿਆ ਵੀ ਮਨਾ ਗੁਰੂ ਸਾਹਿਬ ਤਾਂ ਕਹਿੰਦੇ ਸਨ ਵੀ ਜੇ ਗੁਰਮੁਖ ਦੇ ਦਰਸ਼ਨ ਕਰਨੇ ਤੇ ਭਾਈ ਭਿਖਾਰੀ ਦੇ ਦਰਸ਼ਨ ਕਰ ਲਈ। ਇਹ ਤਾਂ ਆਪਣੀ ਕਿਰਤ ਵਿਰਤ ਵਿੱਚ ਲੱਗੇ ਹੋਏ ਵੀ ਵੇਖਣ ਮਾਤਰ ਤਾਂ ਇਉਂ ਜਾਪਦਾ ਵੀ ਜਿਵੇਂ ਸੰਸਾਰੀ ਹੋਵਣ। ਬਾਹਰੋਂ ਵੇਖਣ ਵਾਲੇ ਨੂੰ ਲੱਗਦਾ ਵੀ ਉਹ ਆਸਾ ਵਿੱਚ ਨੇ, ਪਦਾਰਥਾਂ ਦੇ ਵਿੱਚ ਨੇ, ਪਰ ਅੰਦਰੋਂ ਮਹਾਰਾਜ ਕਹਿੰਦੇ ਵੀ ਉਹ ਨਿਰਾਸ਼ ਹੋ ਕੇ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਦੇ ਨੇ। ਮਨ ਉਹਨਾਂ ਦਾ ਉਦਾਸ ਰਹਿੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨੇ ਉਦਾਸੀ। ਗੁਰਸਿੱਖ ਅਸਲੀ ਜੋਗੀ ਹੈ ਜਿਹੜਾ ਮਾਇਆ ਵਿੱਚ ਉਦਾਸ ਰਹਿੰਦਾ। ਇੱਕ ਬੜਾ ਸੁੰਦਰ ਬਚਨ ਪੜ੍ਹਿਆ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮਾਇਆ ਨੂੰ 12 ਕੋ ਦੂਰ ਰੱਖਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਤਖਤ ਤੇ ਬਿਰਾਜੇ, ਮਾਇਆ ਨੂੰ ਆਪਣੇ ਤੋਂ ਦੂਰ ਰੱਖਿਆ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਖਤ ਤੇ ਬਿਰਾਜੇ, ਮਾਇਆ ਦਹਲੀਜ਼ ਤੇ ਆ ਗਈ, ਹੱਥ ਜੋੜ ਕੇ ਖਲੋਤੀ, ਗੁਰਦੇਵ ਆਗਿਆ ਦਿਓ ਮੈਂ ਵੀ ਪ੍ਰਵੇਸ਼ ਹੋਵਾਂ, ਪਰ ਆਗਿਆ ਨਹੀਂ ਦਿੱਤੀ। ਪਰ ਜਦੋਂ ਚੌਥੇ ਜਾਮੇ ਵਿੱਚ ਪ੍ਰਵੇਸ਼ ਹੋ ਮਹਾਰਾਜ ਤਖਤ ਤੇ ਬਿਰਾਜੇ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਰੂਪ ਹੋ ਕਰਕੇ, ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਬਚਨ ਆਖਿਆ। ਗੁਰਦੇਵ ਕਹਿੰਦੇ ਵੀ ਅਸਾਂ ਹੁਣ ਜਾਣ ਲਿਆ ਕਿ ਤੁਸੀਂ ਮਾਇਆ ਨੂੰ ਸਮਝ ਲਿਆ। ਇਹ ਬਚਨ ਕਹੇ ਵੀ ਅਸਾਂ ਜਾਣ ਲਿਆ, ਤੁਸੀਂ ਮਾਇਆ ਨੂੰ ਸਮਝ ਲਿਆ ਕਿ ਮਾਇਆ ਦੇ ਵਿੱਚ ਰਹਿੰਦਿਆਂ ਨਿਰੰਕਾਰ ਦੇ ਵਿੱਚ ਕਿਵੇਂ ਜੋੜਨਾ ਹੈ। ਤਾਂ ਹੀ ਭੱਟਾਂ ਨੇ ਆਖਿਆ ਨਾ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ। ਰਾਜ ਯੋਗ ਦਾ ਤਖਤ ਜਿਹੜਾ ਸੀ ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਦਿੱਤਾ, ਤੇ ਆਗਿਆ ਹੋਈ ਕਿ ਮਾਇਆ ਹੁਣ ਪ੍ਰਵੇਸ਼ ਹੋਵੇਗੀ। ਭਾਈ ਸੰਤੋਖ ਸਿੰਘ ਹੋਰਾਂ ਨੇ ਸ਼ਬਦ ਵਰਤੇ ਜੀ ਕਿ ਗੁਰਦੇਵ ਕਹਿੰਦੇ ਵੀ ਇਹ ਮਾਇਆ ਕਲੇਸ਼ਣੀ ਹੈ, ਇਹਦਾ ਕੰਮ ਹੈ ਕਲੇਸ਼ ਪਾਉਣਾ, ਵੀ ਜਿੱਥੇ ਵੀ ਆ ਜਾਏ ਉੱਥੇ ਕਲੇਸ਼ ਹੀ ਪਾਉਂਦੀ ਹੈ। ਪਰ ਹੁਣ ਤੁਹਾਨੂੰ ਮਾਇਆ ਵਰਤਨ ਦੀ ਜਾਚ ਆ ਗਈ, ਤੇ ਮੇਰੇ ਸਿੱਖਾਂ ਨੂੰ ਵੀ ਜੁਗਤੀ ਆ ਗਈ ਹੈ ਵੀ ਮਾਇਆ ਵਿੱਚ ਰਹਿੰਦਿਆਂ ਮਾਇਆ ਨੂੰ ਵਰਤ ਕੇ ਕਿਵੇਂ ਮਾਇਆ ਤੋਂ ਉਦਾਸ ਰਹਿਣਾ। ਹੁਣ ਮਾਇਆ ਪ੍ਰਵੇਸ਼ ਕਰੇਗੀ, ਸੇਵਾ ਕਰੇਗੀ, ਤੇ ਤੁਸੀਂ ਇਹ ਨਾਮ ਦਾ ਜਿਹੜਾ ਪਿਆਲਾ ਸਾ ਤੁਹਾਨੂੰ ਪੁੱਛਿਆ ਨਾ, ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਪਿਆਲਾ ਬਣਾਇਆ ਤੇ ਅਸੀਂ ਨਾਮ ਨਾਲ ਭਰ ਦਿੱਤਾ। ਜਿਹੜਾ ਪਿਆਲਾ ਤੁਸੀਂ ਪੀਤਾ ਹੁਣ ਸਿੱਖਾਂ ਨੂੰ ਵੀ ਪਿਆਓ। ਅੱਜ ਤੇ ਯੋਗ ਦਾ ਤਖਤ ਬਖਸ਼ਿਆ ਹੈ। ਇਹ ਬਚਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਗੱਦੀ ਉੱਪਰ ਬਿਰਾਜਮਾਨ ਹੋਣ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹੇ। ਵੇਖਣ ਵਾਲੇ ਨੂੰ ਲੱਗੇ ਵੀ ਆਸ ਦੇ ਵਿੱਚ ਜੀ ਰਹੇ ਨੇ, ਪਰ ਅੰਦਰੋਂ ਮਨ ਉਹਨਾਂ ਦਾ ਨਿਰਾਸ਼ ਰਹਿੰਦਾ ਹੈ। ਮਹਾਰਾਜ ਗੁਰੂ ਕਲਗੀਧਰ ਜੀ ਤਾਂ ਹੀ ਕਹਿੰਦੇ ਰੇ ਮਨ ਐਸੋ ਕਰ ਸੰਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਜੇ ਸੰਿਆਸ ਹੀ ਧਾਰਨ ਕਰਨਾ ਤੇ ਘਰ ਨੂੰ ਹੀ ਜੰਗਲ ਵਾਂਗੂ ਸਮਝ ਲੈ। ਇਕਾਂਤ ਹੀ ਚਾਹੀਦਾ ਨਾ, ਜੰਗਲ ਵਿੱਚ ਕਿਉਂ ਜਾਈਦਾ? ਇਕਾਂਤ ਭਾਲਣ ਵਾਸਤੇ ਜਾਂਦੇ ਹੋ, ਘਰ ਦੇ ਵਿੱਚ ਹੀ ਬਹਿ ਜਾ, ਇੱਥੇ ਹੀ ਇਕਾਂਤ ਹੈ। ਤੇ ਉਦਾਸ ਹੋਣਾ ਤੇ ਬਾਹਰ ਭਟਕਣ ਦੀ ਲੋੜ ਨਹੀਂ, ਮਨ ਦੇ ਵਿੱਚ ਉਦਾਸ ਹੋ ਜਾ।
ਇਹ ਉਦਾਸੀ ਵੀ ਬੜੀ ਅਸਚਰਜ ਹੁੰਦੀ ਹੈ, ਜਿਹੜੀ ਪ੍ਰਸੰਨਤਾ ਨੂੰ ਜਨਮ ਦਿੰਦੀ ਹੈ। ਜਦੋਂ ਦੁਨਿਆਵੀ ਪੱਖ ਤੇ ਕੁਝ ਖੋਇਆ ਜਾਵੇ, ਬੰਦਾ ਉਦਾਸ ਹੁੰਦਾ ਨਾ, ਤੇ ਉਹ ਸਰੀਰ ਤੇ ਮਨ ਨੂੰ ਸੁਕਾ ਦਿੰਦੀ ਹੈ ਉਦਾਸੀ। ਪਰ ਜਿਹੜੀ ਇਹ ਉਦਾਸੀ ਹੈ ਨਾ, ਇਹ ਜੀਵਨ ਵਿੱਚ ਖੇੜਾ ਲੈ ਆਉਂਦੀ ਹੈ। ਜਿਉਂ-ਜਿਉਂ ਅੰਦਰ ਉਦਾਸੀ ਵੱਧਦੀ ਹੈ ਪਦਾਰਥਾਂ ਵੱਲੋਂ, ਤਿਉਂ-ਤਿਉਂ ਅੰਦਰ ਖੇੜਾ ਤੇ ਚਿਹਰੇ ਉੱਪਰ ਆਨੰਦ ਵੱਧਦਾ ਜਾਂਦਾ ਹੈ। ਜਿਵੇਂ ਕਮਲ ਦਾ ਫੁੱਲ ਖਿੜਦਾ ਜਾਂਦਾ ਨਾ, ਏਦਾਂ ਚਿਹਰਾ ਉਹਨਾਂ ਦਾ ਪ੍ਰਫੁੱਲਤ ਹੁੰਦਾ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਗ ਤੇ ਰਹਿ ਨਿਰਾਸਾ। ਨੌਵੇਂ ਪਾਤਸ਼ਾਹ ਕਹਿੰਦੇ ਪ੍ਰਭੂ ਦੇ ਪਿਆਰੇ ਜਗ ਵਿੱਚ ਰਹਿੰਦੇ ਆ, ਜਗ ਵਿੱਚੋਂ ਨਿਰਾਸ਼ ਰਹਿੰਦੇ, ਆਸਾ ਮਾਹੇ ਨਿਰਾਸ਼ ਵਲਾਏ। ਵਲਾਏ ਦਾ ਭਾਵ ਹੈ ਜੀ ਬਤੀਤ ਕਰਨਾ। ਆਸਾ ਵਿੱਚ ਰਹਿ ਕੇ ਜਿਹੜੇ ਨਿਰਾਸ਼ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ, ਨਿਹਚੋ ਨਾਨਕ ਕਰਤੇ ਪਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਿਸ਼ਚੇ ਨਾਲ ਉਹ ਕਰਤੇ ਅਕਾਲ ਪੁਰਖ ਦੀ ਪ੍ਰਾਪਤੀ ਕਰ ਲੈਂਦੇ ਹਨ। ਪਰਣਵਤ ਨਾਨਕ ਅਗਮ ਸੁਨਾਏ। ਗੁਰੂ ਨਾਨਕ ਸਾਹਿਬ ਜੀ ਬੇਨਤੀ ਰੂਪ ਵਿੱਚ ਕਥਨ ਕਰਦੇ ਹਨ ਕਿ ਭਾਈ ਉਸ ਕਰਤੇ ਦੀਆਂ ਅਗਮ ਜੋ ਪਹੁੰਚ ਤੋਂ ਪਰੇ ਹੈ, ਉਹਦੀਆਂ ਬਾਤਾਂ ਅਸੀਂ ਤੁਹਾਨੂੰ ਸਰਵਣ ਕਰਾਉਂਦੇ ਹਾਂ। ਗੁਰ ਚੇਲੇ ਕੀ ਸੰਧ ਮਲਾਏ। ਹੁਣ ਪਿਛਲੀ ਪੰਕਤੀ ਦੇ ਇੱਕ ਵਾਰੀ ਫਿਰ ਅਰਥ ਖੋਲ ਲਈਏ। ਗੁਰਦੇਵ ਕਹਿੰਦੇ ਜਿਹੜਾ ਗੁਰੂ ਹੈ ਨਾ, ਉਹ ਐਸਾ ਹੋਵੇ ਆਪਣੇ ਚੇਲੇ ਨੂੰ ਅਗਮ ਦੀ ਗੱਲ ਸੁਣਾਵੇ ਤੇ ਗੁਰੂ ਦੇ ਚੇਲੇ ਦੀ ਸੰਧ ਨੂੰ ਮਿਲਾ ਦੇਵੇ। ਕਿਉਂਕਿ ਜਿਹੜਾ ਸਿੱਖ ਹੈ ਉਹ ਹੈ ਜੀ ਅਪ੍ਰਬੋਧ ਚੇਤਨ, ਤੇ ਗੁਰੂ ਹੈ ਪ੍ਰਬੋਧ ਚੇਤਨ। ਪ੍ਰਬੋਧ ਜਿਹੜਾ ਅੰਦਰੋਂ ਜਾਗਿਆ ਹੋਇਆ। ਹੁਣ ਚੇਤਨ ਸਿੱਖ ਵੀ ਅੰਦਰ ਜਿਹੜੀ ਆਤਮਾ ਹੈ ਉਹਦੀ ਚੇਤਨ ਹੈ, ਉਹਦੇ ਅੰਦਰ ਵੀ ਉਹਦੀ ਅੰਸ਼ ਹੈ। ਤੇ ਗੁਰੂ ਜਿਹੜਾ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹੈ। ਤੋ ਪ੍ਰਬੁੱਧ ਚੇਤਨ ਗੁਰੂ ਹੈ, ਆਪ ਪ੍ਰਬੁੱਧ ਚੇਤਨ ਚੇਲਾ ਹੈ। ਤੋ ਐਸਾ ਆਖਿਆ ਜਾਂਦਾ ਹੈ ਕਿ ਜਿਹੜਾ ਇਹ ਪ੍ਰਬੁੱਧ ਤੇ ਆਪ ਪ੍ਰਬੁੱਧ ਨੂੰ ਤਿਆਗ ਕੇ ਤੇ ਚੇਤਨ ਨੂੰ ਇੱਕ ਦੂਜੇ ਨਾਲ ਮਿਲਾ ਦੇਵੇ, ਇਹ ਹੁੰਦੀ ਹੈ ਜੀ ਗੁਰੂ ਤੇ ਚੇਲੇ ਦੀ ਸੰਧ ਮਿਲਾਉਣੀ। ਸੰਧ ਦਾ ਅਖਰੀ ਅਰਥ ਕੀ ਹੁੰਦਾ? ਜੋੜ, ਸੰਧੀ ਕਰਨੀ, ਜੋੜ ਕਰਨਾ, ਮੇਲ ਕਰਨਾ। ਇਸ ਤਰ੍ਹਾਂ ਕਹਿੰਦੇ ਨੇ ਵੀ ਚੇਤਨ ਦੇ ਨਾਲ ਚੇਲੇ ਨੂੰ ਜੋੜ ਕਰਕੇ ਜਿਹੜਾ ਪ੍ਰਭੂ ਦੇ ਨਾਲ ਮਿਲਾ ਦਿੰਦਾ। ਫਿਰ ਗੁਰਨਾਮ ਈਸ਼ਰ ਦਾ ਵੀ ਹੈ, ਜੀਵ ਤੇ ਈਸ਼ਵਰ ਦਾ ਭੇਦ ਹੈ। ਗੁਰਨਾਮ ਈਸ਼ਵਰ ਦਾ, ਜਿਹੜਾ ਕਹਿੰਦੇ ਹਨ ਈਸ਼ਵਰ ਦੀ ਸਰਬਗਤਾ ਤੇ ਜੀਵ ਦੀ ਅਲਪਗਤਾ ਨੂੰ ਤਿਆਗ ਕੇ ਤੇ ਦੋਹਾਂ ਨੂੰ ਕਹਿੰਦੇ ਆਪਸ ਵਿੱਚ ਮਿਲਾ ਦਿੰਦਾ ਹੈ, ਉਸ ਨੂੰ ਪੂਰਨ ਗੁਰੂ ਕਹਿੰਦੇ ਹਨ। ਦੇਖਿਆ ਦਾਰੂ ਭੋਜਨ ਖਾਏ। ਸਤਿਗੁਰਾਂ ਦਾ ਜਿਹੜਾ ਪਾਵਨ ਪਵਿੱਤਰ ਉਪਦੇਸ਼ ਹੈ, ਅਸਲ ਵਿੱਚ ਇਹੀ ਮਹਾਰਾਜ ਕਹਿੰਦੇ ਦਾਰੂ ਔਸ਼ਧੀ ਹੈ। ਜਿਸ ਔਸ਼ਧੀ ਨੂੰ ਪ੍ਰਾਪਤ ਕਰਕੇ ਮਨੁੱਖ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਇਹ ਔਸ਼ਧੀ ਖਾਣਾ ਕਰੇ ਤੇ ਨਾਮ ਦਾ ਜਿਹੜਾ ਭੋਜਨ ਗੁਰੂ ਦੇ ਉਪਦੇਸ਼ ਦੁਆਰਾ ਜਿਹੜਾ ਛਕਦਾ ਹੈ, ਛੇ ਦਰਸ਼ਨ ਕੀ ਸੋਝੀ ਪਾਏ। ਉਹਨਾਂ ਨੂੰ ਛੇ ਸ਼ਾਸਤਰਾਂ ਦੇ ਸਿਧਾਂਤ ਦੀ ਸੋਝੀ ਪੈ ਜਾਂਦੀ ਹੈ। ਛੇ ਸ਼ਾਸਤਰਾਂ ਦਾ ਸਿਧਾਂਤ ਵੀ ਜਿਹੜਾ ਹੈ ਉਹ ਬ੍ਰਹਮ ਹੈ, ਤਾਂ ਉਹ ਬ੍ਰਹਮ ਦੇ ਨਾਲ ਜੁੜ ਜਾਂਦੇ ਨੇ। ਇਹਦਾ ਦੂਜਾ ਜਿਹੜਾ ਅਰਥ ਹੈ ਜੀ, ਪੰਜ ਜਿਹੜੀਆਂ ਗਿਆਨ ਇੰਦਰੀਆਂ ਤੇ ਛੇਵਾਂ ਮਨ, ਉਹਨਾਂ ਨੂੰ ਇਹਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਜਿਹੜੇ ਸਤਿਗੁਰਾਂ ਦਾ ਉਪਦੇਸ਼ ਰੂਪੀ ਦੀਖਿਆ ਰੂਪੀ ਜਿਹੜਾ ਦਾਰੂ ਹੈ, ਯਾਨੀ ਔਸ਼ਧੀ ਪ੍ਰਾਪਤ ਕਰਦੇ ਤੇ ਨਾਮ ਦਾ ਭੋਜਨ ਛਕਦੇ ਹਨ। ਸਤਿਗੁਰੂ ਦਇਆ ਕਰਨ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਰਤ ਜੋੜੀਏ, ਪ੍ਰੇਮ ਦੇ ਨਾਲ 1-2 ਮਿੰਟ ਸਤਿਗੁਰਾਂ ਦਾ ਸਿਮਰਨ ਜਿਹੜਾ ਉਹ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ